ਵੈਲਕਮ ਬੈਕ ਬੇਟਾ। ਅੱਜ ਆਪਾਂ ਫਾਈਨੈਂਸ਼ੀਅਲ ਲਿਟਰੇਸੀ ਦਾ ਚੌਥਾ ਟੌਪਿਕ, ਪਹਿਲਾਂ 3 ਟੌਪਿਕ ਆਪਾਂ ਡਿਸਕਸ ਕਰ ਚੁੱਕੇ ਹਾਂ ਤੇ ਹੁਣੇ ਲਾਸਟ ਤੁਹਾਡਾ ਚੌਥਾ ਟੌਪਿਕ ਹੈ ਸਿਕਿਉਰਿਟੀ ਐਂਡ ਮੋਡਸ ਆਫ ਡਿਜੀਟਲ ਪੇਮੈਂਟਸ। ਡਿਜੀਟਲ ਭੁਗਤਾਨਾਂ ਦੀ ਸੁਰੱਖਿਆ ਤੇ ਤਰੀਕੇ। ਡਿਜੀਟਲ ਵਰਡ ਤੋਂ ਹੀ ਬੇਟਾ ਸਮਝ ਆ ਰਿਹਾ ਤੁਹਾਨੂੰ ਕਿ ਅੱਜ ਕੱਲ ਸਾਰਾ ਜ਼ਮਾਨਾ ਹੀ ਆਪਣਾ ਡਿਜੀਟਲ ਹੋ ਗਿਆ ਹੈ। ਹਰ ਚੀਜ਼ ਡਿਜੀਟਲ ਹੈ। क्वेश्चन आंसर्स डिजिटलाइजेशन आ रही है, पेपर ਤੁਹਾਡੇ ਡਿਜੀਟਲ ਹੋ ਜਾਣੇ ਹੈ। ਠੀਕ ਹੈ, ਇਹ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਹੈ। ਡਿਜੀਟਲ ਭੁਗਤਾਨਾਂ ਦੀ ਸੁਰੱਖਿਆ ਅਤੇ ਤਰੀਕੇ। ਆਰਬੀਆਈ ਤੁਹਾਨੂੰ ਪਤਾ ਹੀ ਹੈ ਬੇਟਾ, ਰਿਜ਼ਰਵ ਬੈਂਕ ਆਫ ਇੰਡੀਆ, ਉਹ ਉਸ ਦੁਆਰਾ ਨਿਭਾਏਗੀ ਭੂਮਿਕਾ ਹੈਗੀ ਹੈ ਡਿਜੀਟਲ ਬੈਂਕਿੰਗ ਦੀ ਧਾਰਨਾ, ਜਿਹੜੀ ਡਿਜੀਟਲ ਬੈਂਕਿੰਗ ਅੱਜ ਕੱਲ੍ਹ ਚੱਲ ਰਹੀ ਹੈ। ਪੀਓਐਸ ਤੇ ਏਟੀਐਮ ਮਸ਼ੀਨਾਂ ਦੇ ਲਾਭ ਤੇ ਵੱਖ-ਵੱਖ ਕਿਸਮਾਂ ਬਾਰੇ ਇਹਦੇ ਵਿੱਚ ਆਪਾਂ ਪੜਾਂਗੇ। ਏਟੀਐਮ ਮਸ਼ੀਨਾਂ ਤੁਹਾਨੂੰ ਪਤਾ ਹੀ ਹੈ, ਏਟੀਐਮ ਮਸ਼ੀਨਾਂ है ना, ਉਹਦੇ ਵਿੱਚ ਅਸੀਂ ਆਪਣਾ ਡਿਪੋਜ਼ਿਟ ਵੀ ਕਰਵਾ ਸਕਦੇ ਹਾਂ, ਕਢਵਾ ਵੀ ਸਕਦੇ ਹਾਂ। ਬੈਂਕਾਂ 'ਚ ਅੱਗੇ ਕੀ ਹੁੰਦਾ ਸੀ, ਬੈਂਕਾਂ 'ਚ ਜਾਣਾ ਪੈਂਦਾ ਸੀ, ਲਾਈਨਾਂ ਲੱਗ ਜਾਂਦੀਆਂ ਸੀ, ਡਿਪੋਜ਼ਿਟ ਹੋਣ ਦੀ ਲੰਬੀ ਲਾਈਨ, ਕਢਵਾਉਣ ਲਈ ਲੰਬੀ ਲਾਈਨ। ਅੱਜ ਕੱਲ੍ਹ ਕੀ ਹੈ, ਏਟੀਐਮ ਮਸ਼ੀਨ ਤੇ ਜਾਓ, ਤੁਸੀਂ ਕਢਵਾਉਣੇ ਆ ਕਢਵਾ ਵੀ ਸਕਦੇ ਹੋ ਤੇ ਡਿਪੋਜ਼ਿਟ ਕਰਵਾਉਣੇ ਆ ਡਿਪੋਜ਼ਿਟ ਵੀ ਕਰਵਾ ਸਕਦੇ ਹੋ। ਇਸ ਤਰ੍ਹਾਂ ਸਾਰਾ ਜਿਹੜਾ ਹੈਗਾ ਡਿਜੀਟਲਾਈਜੇਸ਼ਨ ਹੋ ਚੁੱਕੀ ਹੈ। ਇੰਟਰਨੈਟ ਬੈਂਕਿੰਗ ਆ ਗਈ ਹੈ, ਮੋਬਾਈਲ ਬੈਂਕਿੰਗ ਆ ਗਈ ਹੈ। ਮੋਬਾਈਲ ਬੈਂਕਿੰਗ ਜਿਵੇਂ ਤੁਸੀਂ ਕਹਿ ਲਓ ਵੀ ਬੈਂਕ ਹੀ ਤੁਹਾਡੇ ਪਾਕਟ 'ਚ ਹੈਗਾ, ਜਿਵੇਂ ਜਿੱਥੋਂ ਮਰਜ਼ੀ ਜੋ ਮਰਜ਼ੀ ਪਰਫਾਰਮ ਕਰ ਲਓ, ਜਿਹੜੀ ਮਰਜ਼ੀ ਟ੍ਰਾਂਜੈਕਸ਼ਨ ਕਰ ਲਓ। ਇਹ ਸਾਰੇ ਜਿਹੜੇ ਹੈਗੇ ਨੇ ਡਿਜੀਟਲ ਭੁਗਤਾਨਾਂ ਦੇ ਤਰੀਕੇ ਨੇ। ਨੈਕਸਟ ਬੇਟਾ ਆ ਗਿਆ, ਪਹਿਲਾਂ ਥੋੜਾ ਜਿਹਾ ਆਪਾਂ ਭਾਰਤੀ ਰਿਜ਼ਰਵ ਬੈਂਕ ਦੀ ਭੂਮਿਕਾ ਕੀ ਹੈ, ਉਹਦੀ ਮਹੱਤਤਾ ਕੀ ਹੈ, ਰਿਜ਼ਰਵ ਬੈਂਕ ਆਫ ਇੰਡੀਆ ਦੀ ਰੋਲ ਤੇ ਇੰਪੋਰਟੈਂਸ ਥੋੜੀ ਜਿਹੀ ਆਪਾਂ ਪੜਾਂਗੇ। ਦੇਖੋ, ਰਿਜ਼ਰਵ ਬੈਂਕ ਆਫ ਇੰਡੀਆ ਤੁਹਾਨੂੰ ਦਿਖ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਜਿਹੜਾ ਹੈਗਾ ਬੇਟੇ, ਇਹ ਮੁਦਰਾ ਤਾਂ ਜਾਰੀ ਕਰਦਾ ਹੀ ਹੈ, ਜਿਵੇਂ ਰੁਪਇਆ ਇਹਨੇ ਜਾਰੀ ਕੀਤਾ ਹੋਇਆ ਇੰਡੀਆ ਦੇ ਵਿੱਚ। ਠੀਕ ਹੈ, ਉਸ ਤੋਂ ਇਲਾਵਾ ਜਿਹੜਾ ਹੈਗਾ ਮੁਦਰਾ ਨੀਤੀਆਂ ਲਾਗੂ ਕਰਦਾ ਹੈ, ਵਿਦੇਸ਼ੀ ਮੁਦਰਾ ਭੰਡਾਰਾਂ ਦਾ ਪ੍ਰਬੰਧਨ ਕਰਦਾ ਹੈ, ਸਰਕਾਰ ਦੇ ਬੈਂਕਰ ਵਜੋਂ ਕੰਮ ਕਰਦਾ ਹੈ। ਮਤਲਬ ਇੱਕ ਗਵਰਨਮੈਂਟ ਹੈ ਸਾਡੀ, ਉਹਦਾ ਬੈਂਕਰ ਕੌਣ ਹੈ? ਆਰਬੀਆਈ। ਠੀਕ ਹੈ, ਵਿੱਤੀ ਨਿਯਮ ਤੇ ਨਿਗਰਾਨੀ, ਜਿਹੜੇ ਨਿਯਮ ਬਣਾਣੇ ਹੈ ਉਹਨਾਂ ਦੀ ਨਿਗਰਾਨੀ ਕਰਨੀ ਹੈ, ਦੇਖਭਾਲ ਕਰਨੀ ਹੈ, ਇਹ ਸਭ ਕੁਝ ਜਿਹੜਾ ਆਰਬੀਆਈ ਦੁਆਰਾ ਕੀਤਾ ਜਾਂਦਾ ਹੈ। ਦੂਜੇ ਬੈਂਕਾਂ ਦੀ ਪਾਲਣ ਕਰਨ ਦੀ ਨੀਤੀਆਂ ਦਾ ਸੰਚਾਲਨ ਕਰਨਾ। ਦੂਜੇ ਬੈਂਕਾਂ ਨਾਲ ਕੰਟੈਕਟ ਅਸੀਂ ਕਰਦੇ ਰਹਿੰਦੇ ਹਾਂ, ਜਿਵੇਂ ਹੁਣ ਆਰਬੀਆਈ ਤੋਂ ਦੇ ਬੈਂਕ ਨੇ, ਅੱਗੇ ਹੋਰ ਬੈਂਕ ਨੇ, ਉਹਨਾਂ ਨਾਲ ਕਿਵੇਂ ਡੀਲ ਕਰਨਾ, ਇਹ ਸਾਰਾ ਕੁਝ ਜਿਹੜਾ ਮਤਲਬ ਇੱਕ ਗਵਰਨਮੈਂਟ ਵੱਲੋਂ ਇੱਕ ਜਿਹੜਾ ਬੈਂਕ ਦਾ ਕੰਮ ਹੈ, ਮੇਨ ਜਿਹੜਾ ਡੀਲਿੰਗ ਕਰਨੀ ਹੈ, ਕਿਸ ਤਰ੍ਹਾਂ ਕੋਈ ਨਿਯਮ ਬਣਾਣੇ ਹੈ, ਕੋਈ ਉਹ ਸਭ ਕੁਝ ਰਿਜ਼ਰਵ ਬੈਂਕ ਆਫ ਇੰਡੀਆ ਕਰਦਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ। ਨੈਕਸਟ ਅਸੀਂ ਬੇਟੇ ਇਹ ਥੋੜੀ ਜਿਹੀ ਇੱਕ ਐਬਰੀਵੇਸ਼ਨ ਹੀ ਸਮਝ ਲਓ, ਇਹਨੂੰ ਯਾਦ ਕਰ ਲੈ, NPCI। ਕਈ ਵਾਰ ਤੁਹਾਡੇ ਪੇਪਰ 'ਚ ਕਿਸੇ 'ਚ ਆ ਜਾਂਦਾ ਹੈ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ। ਇਹ ਫੁੱਲ ਫਾਰਮ ਜ਼ਰੂਰ ਇੱਕ ਵਾਰ ਆਪਣੀ ਨੋਟ ਡਾਊਨ ਕਰ ਲੈਣਾ। ਕਈ ਵਾਰ ਜਿਹੜੇ ਕੰਪੀਟੀਸ਼ਨਸ ਨੇ, ਕਈ ਤਰ੍ਹਾਂ ਦੇ ਕੰਪੀਟੀਸ਼ਨਸ 'ਚ ਅਸੀਂ ਅੱਗੇ ਪਾਰਟਿਸਿਪੇਟ ਕਰਨਾ ਹੈ, ਉਹਨਾਂ ਕੰਪੀਟੀਸ਼ਨ ਦੇ ਵਿੱਚ ਕਈ ਵਾਰ ਐਬਰੀਵੇਸ਼ਨ ਆ ਜਾਂਦੀ ਹੈ, ਫੁੱਲ ਫਾਰਮ ਆ ਜਾਂਦੀ ਹੈ, ਉਹ ਤੁਸੀਂ ਨੋਟ ਡਾਊਨ ਕਰ ਲੈਣੀ ਹੈ ਜਾਂ ਯਾਦ ਕਰ ਲੈਣੀ ਹੈ। ਠੀਕ ਹੈ, ਇਹਦੇ ਬਾਰੇ ਥੋੜਾ ਜਿਹਾ ਆਪਾਂ ਪੜਾਂਗੇ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਬੇਟਾ ਕੀ ਹੈ? ਭਾਰਤ ਵਿੱਚ ਸਾਰੇ ਪ੍ਰਚੂਨ ਪ੍ਰਧਾਨਾਂ ਲਈ ਇੱਕ ਛਤਰੀ ਸੰਸਥਾ ਹੈ। ਮਤਲਬ ਛਤਰੀ ਸੰਸਥਾ ਮਤਲਬ ਅੰਬਰੇਲਾ ਦੀ ਤਰ੍ਹਾਂ ਕੰਮ ਕਰਦਾ ਹੈ ਇਹ ਸਾਡੇ। ਠੀਕ ਹੈ, ਸਾਲ 2008 ਵਿੱਚ ਸ਼ਾਮਲ NPCI ਦੀ ਸਥਾਪਨਾ ਭਾਰਤੀ ਰਿਜ਼ਰਵ ਬੈਂਕ, ਆਰਬੀਆਈ ਨੇ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਮਾਰਗਦਰਸ਼ਨ ਤੇ ਸਹਾਇਤਾ ਅਧੀਨ ਕੀਤੀ ਗਈ ਸੀ। ਠੀਕ ਹੈ, NPCI ਭਾਰਤ ਦੀ ਸਮੁੱਚੀ ਬੈਂਕਿੰਗ ਪ੍ਰਣਾਲੀ ਨੂੰ ਭੌਤਿਕ ਅਤੇ ਇਲੈਕਟ੍ਰੋਨਿਕ ਭੁਗਤਾਨ ਅਤੇ ਬੰਦੋਬਸਤ, ਦੇਖੋ ਡਿਜੀਟਲਾਈਜੇਸ਼ਨ ਕਿਵੇਂ ਹੋਈ ਵੀ ਸਾਰੇ ਡਿਜੀਟਲ ਜਿਹੜੀ ਭੁਗਤਾਨ ਹੈ, ਟ੍ਰਾਂਜੈਕਸ਼ਨਸ ਹੈ, ਉਹਦਾ ਸਾਰਾ ਬੰਦੋਬਸਤ ਕਰਨ ਦਾ ਇੱਕ ਢਾਂਚਾ ਪ੍ਰਦਾਨ ਕਰਦਾ ਹੈ। ਠੀਕ ਹੈ, ਇਹਨੂੰ ਕਹਿੰਦੇ ਨੇ NPCI। ਡਿਜੀਟਲਾਈਜੇਸ਼ਨ ਜਿਹੜੀ ਆਈ ਹੈ ਬੈਂਕਿੰਗ ਦੇ ਵਿੱਚ, ਉਹ ਸਾਰਾ ਢਾਂਚਾ ਇਸ ਨੇ ਦਿੱਤਾ ਸਾਨੂੰ। ਡਿਜੀਟਲ ਬੈਂਕਿੰਗ ਦੀ ਜਾਣ ਪਛਾਣ ਬੇਟਾ ਕੀ ਹੈ? ਡਿਜੀਟਲ ਬੈਂਕਿੰਗ ਹੁੰਦੀ ਕੀ ਹੈ? ਡਿਜੀਟਲ ਬੈਂਕਿੰਗ ਬੈਂਕ ਗ੍ਰਾਹਕਾਂ ਨੂੰ ਬੈਂਕ ਦੀ ਵੈਬਸਾਈਟ ਦੀ ਵਰਤੋਂ ਲੈਪਟਾਪ ਜਾਂ ਸਮਾਰਟਫੋਨ, ਟੈਬਲੇਟ ਅਤੇ ਮੋਬਾਈਲ ਐਪ ਰਾਹੀਂ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਦੀ ਆਗਿਆ ਦਿੰਦੀ ਹੈ। ਮੀਨਸ ਤੁਸੀਂ ਬੈਂਕਿੰਗ ਜਿਹੜੀ ਹੈ, ਅੱਗੇ ਕੀ ਸੀ, ਬੈਂਕ 'ਚ ਜਾ ਕੇ ਹੀ ਟ੍ਰਾਂਜੈਕਸ਼ਨਸ ਹੁੰਦੀਆਂ ਸੀ, ਬੈਂਕ 'ਚ ਜਾ ਕੇ ਹੀ ਸਾਰਾ ਕੰਮ ਹੁੰਦਾ ਸੀ, ਪਰ ਜਿਹੜਾ ਕੰਮ ਅਸੀਂ ਬੈਂਕ 'ਚ ਜਾ ਕੇ ਕਰਦੇ ਸੀ, ਉਹ ਹੁਣ ਤੁਸੀਂ ਆਪਣੇ ਲੈਪਟਾਪ ਤੋਂ, ਸਮਾਰਟਫੋਨ ਤੋਂ, ਟੈਬਲੇਟ ਤੋਂ, ਮੋਬਾਈਲ ਤੋਂ, ਉਹਨਾਂ ਰਾਹੀਂ ਬੈਂਕਿੰਗ ਸੇਵਾਵਾਂ ਦੀ ਜਿਹੜੀ ਡੀਲਿੰਗ ਹੈ ਉਹ ਕਰ ਸਕਦੇ ਹੋ। ਇਹਨਾਂ ਸੇਵਾਵਾਂ ਵਿੱਚ ਬੇਟੇ ਕੀ ਕੀ ਸ਼ਾਮਿਲ ਹੈ? ਖਾਤੇ ਦੇ ਬਕਾਏ ਦੀ ਜਾਂਚ ਕੀਤੀ ਜਾ ਸਕਦੀ ਹੈ, ਆਪਾਂ ਆਪਣੇ ਅਕਾਊਂਟ 'ਚ ਦੇਖ ਸਕਦੇ ਹਾਂ ਕਿੰਨਾ ਪੈਸਾ ਬਚਿਆ ਹੋਇਆ। ਦੂਜੇ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨਾ, ਕੋਈ ਵੀ ਫੰਡ ਇੱਧਰ ਤੋਂ ਉੱਧਰ ਟ੍ਰਾਂਸਫਰ ਕਰਨਾ, ਵੀ ਕੈਨ ਡੂ ਇਟ ਔਨ ਯਰ ਮੋਬਾਈਲ ਫੋਨ। ਠੀਕ ਹੈ, ਥਰੂ ਇੰਟਰਨੈਟ ਬੈਂਕਿੰਗ। ਚੈੱਕ ਬੁੱਕ ਮੰਗਵਾਉਂਦੇ, ਚੈੱਕ ਬੁੱਕ ਅਗਰ ਚਾਹੀਦੀ ਹੈ ਸਾਨੂੰ, ਪਹਿਲਾਂ ਕਿਸੇ ਐਪਲੀਕੇਸ਼ਨ ਲਿਖ ਕੇ ਦੇਣੀ ਪੈਂਦੀ ਸੀ ਬੈਂਕ ਨੂੰ, ਹੁਣ ਤੁਸੀਂ ਆਨਲਾਈਨ ਹੀ ਆਪਣੀ ਰਿਕੁਐਸਟ ਪਾ ਸਕਦੇ ਹੋ, ਚੈੱਕ ਬੁੱਕ ਤੁਹਾਡੇ ਕੋਲ ਆ ਜਾਏਗੀ। ਪਾਸਪੋਰਟ ਬਦਲ ਸਕਦੇ ਹੋ, ATM ਕਾਰਡ ਦਾ ਪਾਸਵਰਡ ਬਦਲਣਾ ਹੈ, ਕਿਸੇ ਹੋਰ ਦਾ ਪਾਸਪੋਰਟ ਬਦਲਣਾ ਹੈ, ਯੂ ਕੈਨ ਡੂ ਇਟ ਔਨ योर मोबाइल फोन्स। ठीक है, दिस इज कॉल्ड द डिजिटल बैंकिंग। डिजिटल बैंकिंग बेटा है कि है
ਡਿਜੀਟਲ ਬੈਂਕਿੰਗ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰਨਾ, ਇਹ ਚੀਜ਼ਾਂ ਦਾ ਵੀ ਖਾਸ ਧਿਆਨ ਰੱਖਣਾ ਹੈ। ਡਿਜੀਟਲ ਬੈਂਕਿੰਗ ਠੀਕ ਹੈ ਬਹੁਤ ਈਜ਼ੀ ਹੋ ਗਿਆ, ਸਭ ਕੁਝ ਯੂਜ਼ ਕਰਨਾ ਈਜ਼ੀ ਹੋ ਗਿਆ, ਸਾਡੇ ਲਈ ਬਹੁਤ ਜ਼ਿਆਦਾ ਫੈਸਿਲਿਟੀਜ਼ ਹੋ ਗਈਆਂ, ਬਟ ਉਸ ਨੂੰ ਯੂਜ਼ ਕਰਦੇ ਹੋਏ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਾਂ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ, ਉਹ ਵੀ ਤੁਸੀਂ ਬੇਟਾ ਧਿਆਨ 'ਚ ਰੱਖਣੀਆਂ ਨੇ। ਪਹਿਲਾਂ ਅਸੀਂ ਪੜਾਂਗੇ ਕਿ ਕੀ ਅਸੀਂ ਕਰ ਸਕਦੇ ਹਾਂ, ਕੀ ਸਾਨੂੰ ਕਰਨਾ ਚਾਹੀਦਾ ਡਿਜੀਟਲ ਬੈਂਕਿੰਗ ਯੂਜ਼ ਕਰਦੇ ਹੋਏ। ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਗੁਪਤ ਰੱਖੋ। ਕਦੇ ਵੀ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਕਿਸੇ ਨੂੰ ਨਹੀਂ ਦੇਣਾ ਬੇਟੇ। ਬਹੁਤ ਜ਼ਿਆਦਾ ਜਿਹੜੇ ਹੈਗੇ ਆ ਚੱਲਦੇ ਪਏ ਆ, ਫਰਾਡਸ ਚੱਲਦੇ ਪਏ ਆ। ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਕਿਸੇ ਨੂੰ ਦੱਸਣਾ ਨਹੀਂ ਹੁੰਦਾ ਅਤੇ ਕਿਸੇ ਨੂੰ ਪ੍ਰਗਟ ਨਾ ਕਰੋ, ਕਿਸੇ ਨੂੰ ਦੱਸੋ ਨਾ, ਕਿਸੇ ਨਾਲ ਸ਼ੇਅਰ ਨਾ ਕਰੋ, ਠੀਕ ਹੈ। ਇਸ ਦੀ ਬਜਾਏ ਆਪਣੀ ਯੂਜ਼ਰ ਆਈਡੀ ਤੇ ਪਾਸਵਰਡ ਯਾਦ ਰੱਖੋ, ਉਹਨੂੰ ਹਮੇਸ਼ਾ ਆਪਣੇ ਮਨ 'ਚ ਰੱਖੋ ਕਿ ਯੈਸ ਮੇਰਾ ਇਹ ਯੂਜ਼ਰ ਆਈਡੀ ਹੈ, ਪਾਸਵਰਡ ਹੈ। ਨੋਟ ਵੀ ਨਾ ਕਰੋ ਜ਼ਿਆਦਾ, ਠੀਕ ਹੈ, ਕਿਉਂਕਿ ਨੋਟ ਕਰਦੇ ਆ ਨਾ ਕਿਤੇ ਕੋਈ ਸਲਿੱਪ ਗਿਰ ਜਾਂਦੀ ਹੈ ਜਾਂ ਕਿਤੇ ਕੁਝ ਕੋਈ ਦੇਖ ਲੈਂਦਾ, ਪੜ੍ਹ ਲੈਂਦਾ, ਉੱਥੋਂ ਅਗਲੀ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਯੂਜ਼ਰ ਆਈਡੀ ਪਾਸਵਰਡ ਬੈਂਕ ਦਾ ਹੀ ਲੱਗਦਾ ਹੈ। ਆਪਣੇ ਸਿਸਟਮ ਨੂੰ ਸਾਫ਼ ਕਰੋ। ਹਰ ਸੈਸ਼ਨ ਤੋਂ ਬਾਅਦ ਕੈਸ਼ ਆਪਣੇ ਖਾਤੇ ਵਿੱਚ ਟ੍ਰਾਂਜੈਕਸ਼ਨਾਂ ਦਾ ਟਰੈਕ ਰੱਖਣ ਲਈ SMS ਚੇਤਾਵਨੀਆਂ ਦੇ ਲਈ ਰਜਿਸਟਰ ਕਰੋ। ਜਦੋਂ ਵੀ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਦੇ ਹੋ ਡਿਜੀਟਲੀ, ਤਾਂ ਤੁਹਾਡੇ ਕੋਲ ਇੱਕ ਜਿਹੜਾ ਆਪਾਂ ਕਹਿੰਦੇ ਨੇ SMS ਬੈਂਕ ਦੁਆਰਾ ਆਉਂਦਾ ਹੈ, ਉਹ ਤੁਸੀਂ ਜ਼ਰੂਰ ਆਪਣਾ ਔਨ ਰਖਵਾਉਣਾ ਹੈ, ਰਜਿਸਟਰ ਕਰਵਾਉਣਾ ਹੈ ਕਿ ਸਾਨੂੰ ਇਮੀਡੀਏਟਲੀ ਕੋਈ ਵੀ ਟ੍ਰਾਂਜੈਕਸ਼ਨ ਹੁੰਦੀ ਹੈ ਤੁਹਾਨੂੰ ਨਾਲ ਦੀ ਨਾਲ ਤੁਹਾਡੇ ਫੋਨ ਤੇ ਮੈਸੇਜ ਆਵੇ, ਤਾਂ ਕਿ ਜਿਹੜਾ ਕੁਝ ਤੁਸੀਂ ਕੀਤਾ ਹੁੰਦਾ ਤੁਹਾਨੂੰ ਪਤਾ ਲੱਗ ਜਾਵੇ ਕਿ ਹਾਂ ਮੇਰੇ ਬੈਂਕ ਚੋਂ ਟ੍ਰਾਂਸਫਰ ਹੋ ਗਈ, ਠੀਕ ਹੈ। ਜਾਂ ਕੋਈ ਫਰਾਡ ਕਰਨ ਲੱਗੇ ਤਾਂ ਸਾਨੂੰ ਜੇ ਮੈਸੇਜ ਆ ਜਾਂਦਾ, ਸਾਨੂੰ ਪਤਾ ਲੱਗਦਾ ਵੀ ਇਹ ਮੈਂ ਨਹੀਂ ਕੀਤਾ, ਕੋਈ ਹੋਰ ਕਰ ਰਿਹਾ, ਤਾਂ ਇਮੀਡੀਏਟਲੀ ਅਸੀਂ ਬੈਂਕ ਨੂੰ ਇਨਫੋਰਮ ਕਰ ਸਕਦੇ ਹਾਂ। ਉਹ SMS ਦੀਆਂ ਚੇਤਾਵਨੀਆਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਜ਼ਰੂਰੀ ਹੈ ਔਨ ਰੱਖਣੀਆਂ। ਉਸ ਤੋਂ ਬਾਅਦ ਕੀ ਨਹੀਂ ਕਰਨਾ, ਆਪਣੇ ਬੈਂਕਿੰਗ ਖਾਤੇ ਵਿੱਚ ਲੌਗਇਨ ਕਰਨ ਲਈ ਇੱਕ ਈਮੇਲ ਸੰਦੇਸ਼ ਦੀ ਵਰਤੋਂ ਨਾ ਕਰੋ। ਕਦੇ ਵੀ ਲੌਗਇਨ ਕਰਨ ਲਈ ਨਾ ਈਮੇਲ ਦੀ ਯੂਜ਼ ਨਾ ਕਰੋ, ਕਿਉਂਕਿ ਈਮੇਲ ਬਹੁਤ ਲੋਕਾਂ ਕੋਲ ਗਈ ਹੁੰਦੀ ਹੈ, ਉੱਥੋਂ ਕੁਝ ਨਾ ਕੁਝ ਨਿਕਲ ਆਉਂਦਾ ਹੁੰਦਾ। ਹਮੇਸ਼ਾ ਅਧਿਕਾਰਿਤ ਵੈਬਸਾਈਟ ਦੀ ਵਰਤੋਂ ਕਰੋ। ਜਿਹੜੀ ਵੈਬਸਾਈਟ ਪ੍ਰੋਪਰ ਆਈ ਹੋਈ ਹੈ ਉਸੇ ਵੈਬਸਾਈਟ ਦੀ ਵਰਤੋਂ ਕਰੋ। ਕੋਈ ਹੋਰ ਵੈਬਸਾਈਟ ਖੋਲ ਕੇ ਕੋਈ ਕੁਝ ਨਾ ਸ਼ੇਅਰ ਕਰੋ ਕਦੇ ਵੀ। ਨਿੱਜੀ ਜਾਣਕਾਰੀ ਕਦੇ ਕਿਸੇ ਨੂੰ ਨਾ ਦੱਸੋ, ਨਾ SMS ਕਰੋ, ਨਾ ਫੋਨ ਕਰੋ, ਨਾ ਮੇਲ ਕਰੋ, ਠੀਕ ਹੈ। ਫੋਨ ਤੇ ਕਿਸੇ ਨੂੰ ਨਹੀਂ ਦੱਸਣਾ। ਆਪਣੇ ਬੈਂਕਿੰਗ ਦੇ ਪਾਸਵਰਡ ਨੂੰ ਸੁਰੱਖਿਅਤ ਰੱਖੋ ਤੇ ਆਪਣੇ ਜਿਹੜਾ ਬ੍ਰਾਊਜ਼ਰ ਤੁਹਾਨੂੰ ਬੈਂਕ ਨੇ ਦਿੱਤਾ ਹੋਇਆ ਉਹਦੇ ਵਿੱਚ ਹੀ ਇਹ ਚੀਜ਼ਾਂ ਖੋਲੋ। ਨੈਕਸਟ ਬੇਟੇ ਆ ਗਿਆ ਅੰਡਰਸਟੈਂਡਿੰਗ ਡਿਜੀਟਲ ਪੇਮੈਂਟਸ। ਡਿਜੀਟਲ ਭੁਗਤਾਨਾਂ ਨੂੰ ਸਮਝਣਾ। ਡਿਜੀਟਲ ਭੁਗਤਾਨਾਂ ਨੂੰ ਸਮਝਣਾ। ਡਿਜੀਟਲ ਭੁਗਤਾਨ ਸਰੀਰਕ ਨਗਦ ਨੂੰ ਸੰਭਾਲਣ ਦੀ ਜ਼ਰੂਰਤ ਤੋਂ ਬਿਨਾਂ ਇੰਟਰਨੈਟ ਰਾਹੀਂ ਕਿਸੇ ਹੋਰ ਵਿਅਕਤੀ, ਕਾਰੋਬਾਰ ਜਾਂ ਸੰਸਥਾ ਨੂੰ ਪੈਸੇ ਦੀ ਰਕਮ ਟ੍ਰਾਂਸਫਰ ਕਰਨ ਦਾ ਹਵਾਲਾ ਹੈ। ਜਿਹੜੀ ਨਗਦ ਰਾਸ਼ੀ ਹੁੰਦੀ ਹੈ, ਭੌਤਿਕ ਰਾਸ਼ੀ ਹੁੰਦੀ ਹੈ, ਉਸ ਨੂੰ ਸੰਭਾਲਣਾ ਬਿਨਾਂ, ਉਸ ਤੋਂ ਮਤਲਬ ਸੰਭਾਲਣ ਦੀ ਜ਼ਰੂਰਤ ਤੋਂ ਬਿਨਾਂ ਇੰਟਰਨੈਟ ਰਾਹੀਂ ਅਸੀਂ ਪੈਸੇ ਦੀ ਰਕਮ ਦਾ ਜਿਹੜਾ ਹਵਾਲਾ ਟ੍ਰਾਂਸਫਰ ਕਰਦੇ ਹਾਂ, ਇੱਧਰ ਉੱਧਰ ਕਰਦੇ ਹਾਂ, ਟ੍ਰਾਂਜੈਕਸ਼ਨਸ ਕਰਦੇ ਹਾਂ, ਉਹਦਾ ਸਾਰਾ ਜਿਹੜਾ ਸੰਭਾਲਣ ਦਾ ਜਿਹੜਾ ਜ਼ਿੰਮੇਵਾਰੀ ਹੁੰਦੀ ਹੈ ਉਹ ਡਿਜੀਟਲ ਭੁਗਤਾਨ ਦੁਆਰਾ ਕੀਤੀ ਜਾਂਦੀ ਹੈ। ਡਿਜੀਟਲ ਭੁਗਤਾਨਾਂ ਦੇ ਲਾਭ ਕੀ ਨੇ? ਡਿਜੀਟਲ ਭੁਗਤਾਨ ਦੇ ਰੁਝਾਨ ਨੇ ਕਾਰੋਬਾਰ ਅਤੇ ਲੋਕਾਂ ਦੇ ਜੀਵਨ ਦੇ ਸੰਸਾਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਸਹੂਲਤ ਤੇ ਲਚਕਤਾ ਦੇ ਇੱਕ ਨਵੇਂ ਯੁੱਗ ਵਿੱਚ ਲਿਆਇਆ ਹੈ। ਮਤਲਬ ਅਸੀਂ ਇੱਕ ਨਵੇਂ ਯੁੱਗ 'ਚ ਆ ਗਏ ਹਾਂ ਜਿੱਥੇ ਸਾਰਾ ਕੁਝ ਹੀ ਡਿਜੀਟਲੀ ਹੋਣ ਲੱਗ ਗਿਆ ਹੈ। ਇਹਦੇ ਨਾਲ ਬੇਟੇ ਬਹੁਤ ਸਾਰੇ ਲਾਭ ਹੋਏ ਨੇ, ਜਿਵੇਂ ਕਿ ਤੁਰੰਤ ਭੁਗਤਾਨ ਹੋ ਜਾਂਦਾ ਹੈ, ਇਲੈਕਟ੍ਰੋਨਿਕ ਭੁਗਤਾਨ ਹੁੰਦਾ ਹੈ ਜਿਹਦੇ ਨਾਲ ਕਿ ਮਤਲਬ ਨਕਦੀ ਜਾਂ ਚੈੱਕਾਂ ਨਾਲੋਂ ਜ਼ਿਆਦਾ ਤੇਜ਼ ਹੈ, ਠੀਕ ਹੈ। ਭੁਗਤਾਨ ਸੁਰੱਖਿਆ ਜ਼ਿਆਦਾ ਹੈ, ਗ੍ਰਾਹਕ ਸਹੂਲਤ ਜ਼ਿਆਦਾ ਹੋ ਗਈ ਹੈ, ਪ੍ਰੋਸੈਸਿੰਗ ਦੇ ਖਰਚਿਆਂ ਨੂੰ ਬਚਾਉਂਦਾ ਹੈ, ਚੋਰੀ ਦਾ ਘੱਟ ਜੋਖਮ ਹੋ ਜਾਂਦਾ ਹੈ, ਕਿਉਂਕਿ ਕਈ ਵਾਰ ਹੁੰਦਾ ਸੀ ਪੈਸੇ ਲੈ ਕੇ ਜਾਂਦੇ ਆ ਜਾਂ ਬੈਂਕ ਚੋਂ ਕਢਾ ਕੇ ਲਿਆਉਂਦੇ ਆ ਤਾਂ ਪਿੱਛੇ ਚੋਰ ਲੱਗ ਜਾਂਦੇ ਸੀ ਪਹਿਲਾਂ। ਹੁਣ ਕੀ ਹੈ, ਅਸੀਂ ਸਾਰੀ ਟ੍ਰਾਂਜੈਕਸ਼ਨ ਹੀ ਆਨਲਾਈਨ ਕਰਨੀ ਹੈ, ਚੋਰੀ ਦਾ ਕੋਈ ਉਹੀ ਨਹੀਂ ਹੋਇਆ। ਪਾਰਦਰਸ਼ੀ ਤੇ ਸੰਪਰਕ ਰਹਿਤ, ਜਿਵੇਂ ਅਸੀਂ ਕਢਵਾਉਂਦੇ ਹਾਂ ਜਾਂ ਆਪਾਂ ਡਿਪੋਜ਼ਿਟ ਕਰਵਾਉਂਦੇ ਹਾਂ, ਸਾਡੇ ਕੋਲ ਮੈਸੇਜ ਆ ਜਾਂਦਾ, ਸਾਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਕਿ ਸਾਡੇ ਖਾਤੇ ਵਿੱਚ ਇਹ ਜਮ੍ਹਾਂ ਹੋ ਗਏ ਹੈ। ਨੈਕਸਟ ਬੇਟੇ ਆ ਗਿਆ ਡਿਜੀਟਲ ਭੁਗਤਾਨ ਦੇ ਢੰਗ। ਡਿਜੀਟਲ ਭੁਗਤਾਨ ਕਿਵੇਂ ਕਰ ਸਕਦੇ ਹਾਂ ਅਸੀਂ? ਕਾਰਡ ਆਧਾਰਿਤ, ਜਿਵੇਂ ਕਹਿੰਦੇ ਆ ਨਾ ਕਿ ਅਸੀਂ ਡਿਫਰੈਂਟ ਕਾਰਡਸ ਯੂਜ਼ ਕਰਦੇ ਹਾਂ ਡਿਜੀਟਲ ਪੇਮੈਂਟਸ ਕਰਨ ਲਈ। ਤੇ ਹੁਣ ਉਹ ਪੇਮੈਂਟਸ ਜਿਹੜੀਆਂ ਨੇ, ਜਿਵੇਂ ਹੁਣ ਤੁਹਾਡੇ ਕੋਲ ਤੁਹਾਨੂੰ ਪਤਾ ATM ਕਾਰਡ, ਡੈਬਿਟ ਕਾਰਡ, ਇਹ ਸਾਰੇ ਕਾਰਡ ਜਿਹੜੇ ਚੱਲਦੇ ਨੇ ਨਗਦ ਰਾਸ਼ੀ ਕਢਵਾਉਣਾ ਜਾਂ ਜਮ੍ਹਾਂ ਕਰਵਾਉਣਾ, ਇਹਨਾਂ ਕਾਰਡਾਂ ਦੁਆਰਾ ਹੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਬੇਟੇ ਆ ਗਿਆ ਕ੍ਰੈਡਿਟ ਕਾਰਡ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਕ੍ਰੈਡਿਟ ਕਾਰਡ, ਕ੍ਰੈਡਿਟ ਮਤਲਬ ਕ੍ਰੈਡਿਟ ਹੋਣਾ, ਪੈਸੇ ਉਹਦੇ ਵਿੱਚ ਜਮ੍ਹਾਂ ਹੋਣੇ। ਤਾਂ ਕ੍ਰੈਡਿਟ ਕਾਰਡ ਦੀ ਵਰਤੋਂ ਜਿਹੜੀ ਹੈ ਟ੍ਰਾਂਜੈਕਸ਼ਨ ਲਈ ਕੀਤੀ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਸਾਡਾ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰ ਲੈਂਦੇ ਹਾਂ, ਉਹਦੇ ਵਿੱਚੋਂ ਸਾਡੀ ਰਾਸ਼ੀ ਜਿਹੜੀ ਹੈ, ਜਿੰਨੀ ਅਸੀਂ ਰਾਸ਼ੀ ਯੂਜ਼ ਕੀਤੀ ਹੁੰਦੀ ਹੈ, ਉਹ ਅਸੀਂ ਆਪਣੇ ਕ੍ਰੈਡਿਟ ਕਾਰਡ ਦੇ ਵਿੱਚ ਇੱਕ ਸਮਾਂ ਅਵਧੀ ਹੁੰਦੀ ਹੈ, ਉਹਦੇ ਵਿੱਚ ਅਸੀਂ ਉਹ ਵਿੱਚ ਉਹਨੂੰ ਜਮ੍ਹਾਂ ਕਰਾਉਣੀ ਹੁੰਦੀ ਹੈ, ਠੀਕ ਹੈ। ਮਤਲਬ ਅਸੀਂ 1 ਮਹੀਨਾ ਬੈਂਕ ਨੂੰ ਜਿਹੜੀ ਰਕਮ ਜਿਹੜੀ ਆ ਉਹ ਵਾਪਿਸ ਕਰਨੀ ਹੈ। ਬੈਂਕ ਸਾਨੂੰ ਕ੍ਰੈਡਿਟ ਕਾਰਡ ਦੇ ਥਰੂ ਸਾਡੇ ਤੋਂ ਅਸੀਂ ਸ਼ਾਪਿੰਗ ਕਰ ਲੈਂਦੇ ਹਾਂ, ਫਿਰ ਅਸੀਂ ਉਹੀ ਰਕਮ ਕਿਸੇ ਸਮਾਂ ਅਵਧੀ ਦੇ ਵਿੱਚ ਉਸ ਵਿੱਚ ਡਿਪੋਜ਼ਿਟ ਕਰਵਾਉਣੀ ਹੁੰਦੀ ਹੈ।
ਨੈਕਸਟ ਆ ਗਿਆ ਬੇਟੇ ਪ੍ਰੀਪੇਡ ਕਾਰਡ। ਪ੍ਰੀਪੇਡ ਕਾਰਡ 'ਚ ਕੀ ਆ, ਅਸੀਂ ਕੁਝ ਪੈਸੇ ਜਿਹੜੇ ਆ ਮਤਲਬ ਆਪਣੇ ਕਾਰਡ ਦੇ ਵਿੱਚ ਪਹਿਲਾਂ ਹੀ ਰੱਖ ਲੈਂਦੇ ਆ, ਸੇਵ ਕਰਕੇ ਡਿਪੋਜ਼ਿਟ ਕਰਕੇ ਰੱਖ ਲੈਂਦੇ ਆ ਬੈਂਕ ਅਕਾਊਂਟ 'ਚ, ਉਸ ਕਾਰਡ 'ਚ ਸੇਵ ਕਰ ਲੈਂਦੇ ਆ ਤੇ ਉਸ ਕਾਰਡ ਨੂੰ ਆਪਾਂ ਯੂਜ਼ ਕਰਦੇ ਰਹਿੰਦੇ ਆ। ਪ੍ਰੀਪੇਡ ਪ੍ਰੀਪੇਡ ਮਤਲਬ ਵੀ ਉਹ ਜਿੰਨਾ ਮਤਲਬ ਅਸੀਂ ਜਿੰਨਾ ਉਹਦੇ ਵਿੱਚ ਆਪਾਂ ਕਰਾਂਗੇ ਚਾਰਜ ਕਰਾਂਗੇ ਉਹਨਾਂ ਉਹ ਉਨੀ ਦੇਰ ਚੱਲੀ ਜਾਏਗਾ, ਜਦੋਂ ਚੀਜ਼ ਖਤਮ ਹੋ ਜਾਏਗੀ ਫਿਰ ਉਹ ਦੁਬਾਰਾ ਕਰਨਾ ਪਏਗਾ। ਠੀਕ ਹੈ। ਨੈਕਸਟ ਬੇਟੇ ਬੈਂਕਿੰਗ ਕਾਰਡਾਂ ਦੀ ਵਰਤੋਂ ਲਈ ਦਿਸ਼ਾ ਨਿਰਦੇਸ਼, ਜਿਵੇਂ ਮਤਲਬ ਡੈਬਿਟ ਕਾਰਡ ਹੋ ਗਿਆ, ਕ੍ਰੈਡਿਟ ਕਾਰਡ ਹੋ ਗਿਆ, ਪ੍ਰੀ ਕਾਰਡ ਹੋ ਗਿਆ, ਪ੍ਰੀਪੇਡ ਕਾਰਡ ਹੋ ਗਿਆ, ਇਹ ਜਿਹੜੇ ਹਸੇ ਨੇ ਲੈਣ ਦੇਣ ਸਮੇਂ ਅਸੀਂ ਸੁਵਿਧਾ ਲਈ ਆਪਣੀ ਮਤਲਬ ਯੂਜ਼ ਕਰਦੇ ਆ। ਠੀਕ ਹੈ। ਇਹਨਾਂ ਦੀ ਵਰਤੋਂ ਜਿਹੜੀ ਹੈ ਦਿਸ਼ਾ ਨਿਰਦੇਸ਼ਾਂ ਨਾਲ ਹੀ ਪਾਲਣਾ ਕਰਨੀ ਚਾਹੀਦੀ ਹੈ, ਜੋ ਸਾਨੂੰ ਬੈਂਕ ਮਤਲਬ ਇਨਸਟਰਕਸ਼ਨਸ ਦਿੰਦਾ ਹੈ ਕਿ ਕਿਵੇਂ ਯੂਜ਼ ਕਰਨਾ ਹੈ, ਕਿਵੇਂ ਨਕਦੀ ਕਢਵਾਉਣੀ ਹੈ, ਕਿਵੇਂ ATM ਕਾਰਡ ਦੀ ਵਰਤੋਂ ਕਰਨੀ ਹੈ, ਕਿਵੇਂ ਉਹਦਾ ਧਿਆਨ ਰੱਖਣਾ ਹੈ, ਪਿਨ ਕਿਵੇਂ ਦਾਖਲ ਕਰਨਾ ਹੈ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਨਾਲ ਹੀ ਇਹ ਕਾਰਡਾਂ ਨੂੰ ਯੂਜ਼ ਕਰਨਾ ਚਾਹੀਦਾ ਹੈ। ਨੈਕਸਟ ਆ ਗਿਆ ਬੇਟੇ ਵੇਰੀਅਸ ਚੈਨਲਸ ਫॉर ਐਕਸੈਪਟੈਂਸ ਆਫ ਕਾਰਡਸ ਬੇਸਡ ਡਿਜੀਟਲ ਪੇਮੈਂਟਸ, ਮਤਲਬ ਵੀ ਡਿਜੀਟਲ ਭੁਗਤਾਨਾਂ ਨੂੰ ਸਵੀਕਾਰ ਕਰਨ ਲਈ ਕਈ ਚੈਨਲ ਨੇ, ਕਈ ਚੈਨਲ ਨੇ ਜਿਨ੍ਹਾਂ ਰਾਹੀਂ ਅਸੀਂ ਯੂਜ਼ ਕਰ ਸਕਦੇ ਹਾਂ। ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ? ਸਭ ਤੋਂ ਹੈਗਾ ਪੁਆਇੰਟ ਆਫ ਸੇਲ, ਵਿਕਰੀ ਦਾ ਸਥਾਨ। POS ਇੱਕ ਪ੍ਰਣਾਲੀ ਹੈ ਜੋ ਹਰੇਕ ਵਿਕਰੀ ਦੇ ਲੈਣ ਦੇਣ ਤੇ ਰਕਮ ਦੇ ਆਪਣੇ ਆਪ ਰਿਕਾਰਡ ਰੱਖਦੀ ਹੈ। ਗ੍ਰਾਹਕ ਤੋਂ ਪਤਾ ਪ੍ਰਾਪਤ ਕੀਤਾ ਇਹ ਕਾਰਡ ਆਧਾਰਿਤ ਲੈਣ ਦੇਣ ਨੂੰ ਸਮਰਥ ਵੀ ਬਣਾਉਂਦਾ ਹੈ। ਮਤਲਬ POS ਮਤਲਬ ਪੁਆਇੰਟ ਆਫ ਸੇਲ, ਵਿਕਰੀ ਦਾ ਸਥਾਨ, ਇਹਦਾ ਲੈਣ ਦੇਣ ਦਾ ਜੋ ਹੋ ਰਿਹਾ ਹੈ, ਜਿੰਨੀ ਰਕਮ ਆਪਾਂ ਦੇ ਰਹੇ ਹਾਂ ਉਹਦਾ ਆਪਣੇ ਆਪ ਹੀ ਰਿਕਾਰਡ ਰਹਿ ਜਾਂਦਾ ਹੈ। ਨੈਕਸਟ ਹੈਗਾ ਮੋਬਾਈਲ ਪੁਆਇੰਟ ਆਫ ਸੇਲ, MPOS। ਮੋਬਾਈਲ ਪੁਆਇੰਟ ਆਫ ਸੇਲ ਕੀ ਹੈ ਵੀ ਜਿਹੜੀ ਰਵਾਇਤੀ POS ਦੇ ਉਲਟ MPOS ਤੇ ਵਧੀਆ ਤਕਨੀਕੀ ਦਾ ਲਾਭ ਪ੍ਰਦਾਨ ਕਰਦਾ। POS ਤੋਂ ਆਪੋਜ਼ਿਟ ਹੈ, ਇੱਕ ਮੋਬਾਈਲ ਫੋਨ ਆਧਾਰਿਤ ਐਪਲੀਕੇਸ਼ਨ ਹੈ ਜਿਹੜੀ ਸਾਡੀ ਟ੍ਰਾਂਜੈਕਸ਼ਨਸ ਦੀ ਜਿਹੜੀ ਰਿਕਾਰਡ ਹੈ ਉਹ ਆਪਣੇ ਮੋਬਾਈਲ 'ਚ ਰਹਿ ਜਾਂਦਾ ਹੈ। ਨੈਕਸਟ ਹੈਗਾ ਬੇਟੇ ਸੌਫਟ POS। ਸੌਫਟ POS ਇੱਕ ਨਵਾਂ ਭੁਗਤਾਨ ਸਵੀਕ੍ਰਿਤ ਭਾਗ ਹੈ ਜਿਹੜਾ ਕਿ ਟੈਪ ਔਨ ਫੋਨ ਟੈਕਨੋਲੋਜੀ, ਟੈਪ ਔਨ ਫੋਨ ਇਹ ਟੈਕਨੋਲੋਜੀ ਜਿਹੜੀ ਹੈ ਵਪਾਰੀਆਂ ਨੂੰ ਦੇ ਨਾਲ ਜੁੜੀ ਹੋਈ ਹੈ। ਵਪਾਰੀ ਜਿਹੜੇ ਨੇ ਇਸ ਦੀ ਵਰਤੋਂ ਕਰਦੇ ਨੇ ਆਪਣੇ ਟ੍ਰਾਂਜੈਕਸ਼ਨਸ ਦੇ ਵਿੱਚ। ਨੈਕਸਟ ਹੈ ਬੇਟੇ ਈ-ਕਾਮਰਸ ਪੇਮੈਂਟ। ਈ-ਕਾਮਰਸ ਪੇਮੈਂਟ ਹੁੰਦੀ ਹੈ ਵੀ ਜਿਵੇਂ ਜਦੋਂ ਵੀ ਅਸੀਂ ਨਕਦੀ ਜਾਂ ਚੈੱਕਾਂ ਦੀ ਵਰਤੋਂ ਕਿਤੇ ਬਿਨਾ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਆਨਲਾਈਨ ਖਰੀਦਾਰੀ ਕਰਦੇ ਆ, ਉਹਨੂੰ ਈ-ਕਾਮਰਸ ਕਹਿੰਦੇ ਨੇ, ਇਲੈਕਟ੍ਰੋਨਿਕ ਕਾਮਰਸ। ਠੀਕ ਹੈ। ਮਤਲਬ ਕੋਈ ਵੀ ਆਨਲਾਈਨ ਸ਼ਾਪਿੰਗ, ਕੋਈ ਵੀ ਆਨਲਾਈਨ ਅਸੀਂ ਟ੍ਰਾਂਜੈਕਸ਼ਨਸ ਕਰਨੀਆਂ ਨੇ, ਪੇਮੈਂਟ ਦੇਣੀ ਹੈ, ਉਹਨੂੰ ਕਹਿੰਦੇ ਨੇ ਈ-ਕਾਮਰਸ ਭੁਗਤਾਨ। ਉਹਦੇ ਵਿੱਚ ਲਾਭ ਕੀ ਨੇ ਉਹਦੇ, ਜਿਵੇਂ ਸੁਰੱਖਿਆ ਜ਼ਿਆਦਾ ਹੁੰਦੀ ਹੈ, ਕੁਸ਼ਲਤਾ, ਸੁਵਿਧਾ, ਉਪਭੋਗਤਾ ਮਿੱਤਰਤਾ। ਜੋ ਜਿਵੇਂ ਹੁਣ ਅਸੀਂ ਕਈ ਵਾਰ ਚੀਜ਼ ਖਰੀਦ ਲੈਂਦੇ ਹਾਂ, ਸਾਨੂੰ ਪਸੰਦ ਨਹੀਂ ਆਉਂਦੀ, ਅਸੀਂ ਰਿਟਰਨ ਵੀ ਕਰ ਸਕਦੇ ਹਾਂ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਜਾਂਦੀਆਂ ਨੇ। ਨੈਕਸਟ ਬੇਟੇ ਆ ਗਿਆ ATM ਮਸ਼ੀਨ। ATM ਮਸ਼ੀਨ ਤੁਹਾਨੂੰ ਸਭ ਨੇ ਦੇਖੀ ਹੋਈ, ਆਟੋਮੈਟਿਕ ਟੈਲਰ ਮਸ਼ੀਨ ਕਹਿੰਦੇ ਨੇ। ਇੱਕ ਦੀ ਫੁੱਲ ਫਾਰਮ ਯਾਦ ਕਰ ਲੈਣਾ, ATM ਦੀ ਫੁੱਲ ਫਾਰਮ ਹੁੰਦੀ ਹੈ ਆਟੋਮੈਟਿਕ ਟੈਲਰ ਮਸ਼ੀਨ। ਠੀਕ ਹੈ। ਇਸ ਨੂੰ ਤੁਸੀਂ ਮਤਲਬ ਇਹ ਫੁੱਲ ਫਾਰਮ ਇਹਦੀ ਕਦੇ ਵੀ ਆ ਜਾਂਦੀ ਹੈ, ਕਈ ਵਾਰ ਪੇਪਰ 'ਚ ਯਾਦ ਕਰ ਲੈਣਾ। ATM ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਸ਼ੀਨਾਂ ਕੀ ਨੇ। ਮਸ਼ੀਨਾਂ ਬਣੀਆਂ ਹੋਈਆਂ ਨੇ, ਅਸੀਂ ਨਗਦੀ ਕਢਾ ਵੀ ਸਕਦੇ ਹਾਂ, ਜਮ੍ਹਾਂ ਵੀ ਕਰਾ ਸਕਦੇ ਹਾਂ, ਬਹੁਤ ਸਾਰੇ ਬੈਨੀਫਿਟਸ ਹੈ ATM ਮਸ਼ੀਨਾਂ ਦੇ। ਇਸੇ ਤਰ੍ਹਾਂ ਸੇ ਮਤਲਬ ATM ਮਸ਼ੀਨਾਂ ਬਹੁਤ ਜ਼ਿਆਦਾ ਲਾਭ ਨੇ ਜਿਨ੍ਹਾਂ 'ਚ ਬੈਂਕ ਸ਼ਾਖਾ ਦੀਆਂ ਵਿੱਚ ਮੁਲਾਕਾਤਾਂ ਦੀ ਕਮੀ, ਬੈਂਕ 'ਚ ਜਾ ਨਹੀਂ ਮਤਲਬ ਜ਼ਿਆਦਾ ਅਸੀਂ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅਸੀਂ ਉੱਥੇ ਹੀ ਕਢਾ ਲੈਂਦੇ ਹਾਂ। ਮਿਨੀ ਸਟੇਟਮੈਂਟ ਕਢਾ ਸਕਦੇ ਹਾਂ, ਪਿਨ ਚੇਂਜ ਕਰ ਸਕਦੇ ਹਾਂ। ਠੀਕ ਹੈ। ਆਪਣੇ ਜਮ੍ਹਾਂ ਵੀ ਕਰਵਾ ਸਕਦੇ ਹਾਂ ਈਵਨ। ਠੀਕ ਹੈ। ਉਸ ਤੋਂ ਬਾਅਦ ਅਸੀਂ ਆਪਣੇ ਜਿਵੇਂ ਹੁਣ ਕਈ ਵਾਰ ਹੁੰਦਾ ਕਈ ਲੋਕਾਂ ਦੇ ਘਰਾਂ ਤੋਂ ਬੈਂਕ ਜਿਹੜਾ ਬਹੁਤ ਦੂਰ ਹੈ, ਉਹਨੂੰ ਕਿੰਨਾ ਮਤਲਬ ਰਸਤਾ ਤੈਅ ਕਰਕੇ ਬੈਂਕ ਜਾਣਾ ਪੈਂਦਾ ਸੀ। ਹੁਣ ਆਪਣੇ ਨੇੜੇ ਦੇ ATM ਮਸ਼ੀਨਾਂ ਜਗ੍ਹਾ ਲੱਗੀਆਂ ਹੋਈਆਂ ਨੇ ਅੱਜ ਕੱਲ੍ਹ। ਕਿਸੇ ਵੀ ਨੇੜੇ ਦੇ ATM ਮਸ਼ੀਨ ਤੇ ਜਾਓ ਤੇ ਤੁਸੀਂ ਆਪਣਾ ਕੰਮ ਈਜ਼ੀਲੀ ਕਰ ਸਕਦੇ ਹੋ। ਨੈਕਸਟ ਹੈਗਾ ਮੋਡਸ ਆਫ ਡਿਜੀਟਲ ਪੇਮੈਂਟਸ ਬਾਇਓਮੈਟ੍ਰਿਕ ਬੇਸਡ। ਪਹਿਲਾਂ ਆਪਾਂ ਕਾਰਡ ਬੇਸਡ ਪੜਿਆ ਸੀਗਾ, ਕਾਰਡ ਦੇ ਆਧਾਰਿਤ ਕਿੰਨੇ ਕਾਰਡ ਸੀ, ਕਿੰਨੇ ਤਰ੍ਹਾਂ ਦੇ ਕਾਰਡਸ ਨੇ। ਹੁਣ ਇਹ ਹੈਗਾ ਬਾਇਓਮੈਟ੍ਰਿਕ ਆਧਾਰਿਤ ਜਿਹੜਾ ਯੂਜ਼ ਕਰਦੇ ਹਾਂ। ਜਿਹੜਾ ਭਾਰਤ ਸਰਕਾਰ ਨੇ ਵਿਲੱਖਣ ਪਛਾਣ ਅਥਾਰਟੀ ਆਫ ਇੰਡੀਆ UIDAI ਠੀਕ ਹੈ ਦੀ ਸ਼ੁਰੂਆਤ ਕੀਤੀ। ਆਧਾਰ ਕਾਰਡ ਜਿਹਨੂੰ ਕਹਿੰਦੇ ਨੇ ਬੇਟੇ, ਆਧਾਰ ਕਾਰਡ UIDAI ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਹਰ ਇੱਕ ਇਨਸਾਨ ਦਾ ਇੱਕ ਹੀ ਆਧਾਰ ਕਾਰਡ ਨੰਬਰ ਹੋਵੇਗਾ। ਯੂਨੀਕ ਇਸ ਲਈ ਕਹਿੰਦੇ ਨੇ ਵੀ ਉਹ ਉਸੇ ਬੰਦੇ ਦਾ ਹੋਏਗਾ, ਹੋਰ ਕਿਸੇ ਨੂੰ ਕੋਈ ਨਹੀਂ ਹੋਏਗਾ। ਹਰ ਇੱਕ ਇਨਸਾਨ ਦਾ ਜਿਹੜਾ ਹੋਏਗਾ ਡਿਫਰੈਂਟ ਹੋਏਗਾ ਆਧਾਰ ਕਾਰਡ ਨੰਬਰ। ਠੀਕ ਹੈ। ਜਿਹੜੀ ਇਹ ਸ਼ੁਰੂਆਤ ਕੀਤੀ ਹੈ ਇਹਨੂੰ ਅਸੀਂ ਹੁਣ ਆਪਣੇ ਬੈਂਕਾਂ ਨਾਲ ਸਭ ਨੇ ਜੋੜ ਲਿਆ ਆਧਾਰ ਕਾਰਡ ਨੂੰ, ਤੇ ਉਹਦੇ ਨਾਲ ਕੀ ਹੋ ਗਿਆ, ਜਿਹੜੀ ਡਿਜੀਟਲ ਪੇਮੈਂਟ ਸੀ ਉਹ ਬਾਇਓਮੈਟ੍ਰਿਕ ਬੇਸਡ ਹੋ ਗਈਆਂ। ਠੀਕ ਹੈ। ਤੁਹਾਡੇ ਆਧਾਰ ਕਾਰਡ ਨਾਲ ਉਹਦਾ ਸਾਰਾ ਕਨੈਕਸ਼ਨ ਹੋ ਗਿਆ। ਆਧਾਰ ਇਨੇਬਲਡ ਪੇਮੈਂਟ ਸਿਸਟਮ, ਆਧਾਰ ਸਮਰਪਿਤ ਭੁਗਤਾਨ ਪ੍ਰਣਾਲੀ। ਇਹ ਭੁਗਤਾਨ ਪ੍ਰਣਾਲੀ ਹੈ ਜੋ NPCI ਦੁਆਰਾ ਸੰਚਾਲਿਤ ਕੀਤੀ ਗਈ ਸੀ। ਇਹਦੇ ਨਾਲ ਕੀ ਹੋ ਗਿਆ ਕਿ ਸਾਰੀਆਂ ਚੀਜ਼ਾਂ ਤੁਹਾਡੀਆਂ ਜੁੜ ਗਈਆਂ। ਇਨਕਮ ਟੈਕਸ ਹੋ ਗਿਆ, ਜਿਵੇਂ ਕੈਸ਼ ਡਿਪੋਜ਼ਿਟ ਇਨਕੁਆਇਰੀ ਹੋ ਗਈ, ਕੋਈ
ਤੁਸੀਂ ਕੋਈ ਵੀ ਚੀਜ਼ ਕਿਤੇ ਵੀ ਯੂਜ਼ ਕਰਦੇ ਹੋ, ਕੋਈ ਟੈਕਸ ਭਰਦੇ ਹੋ, ਸਾਰਾ ਕੁਝ ਇਹ ਜਿਹੜਾ ਇੰਟਰਕਨੈਕਟਡ ਹੋ ਗਿਆ। ਹਰ ਇੱਕ ਮਤਲਬ ਬੈਂਕ ਨੂੰ ਤੁਹਾਡੀ ਡਿਟੇਲਸ ਪਹੁੰਚ ਜਾਂਦੀਆਂ ਨੇ, ਤੁਹਾਡੇ ਕੋਲ ਐਸਐਮਐਸ ਨਾਲ ਦੀ ਨਾਲ ਆ ਜਾਂਦਾ। ਇਹਦੇ ਨਾਲ ਕੀ ਹੋ ਗਿਆ, ਇਹ ਸਾਰਾ ਇੰਟਰਕਨੈਕਸ਼ਨ ਹੋ ਗਿਆ। ਨੈਕਸਟ ਬੇਟੇ ਆ ਗਿਆ ਤੁਹਾਡਾ ਮਾਈਕਰੋ ਏਟੀਐਮਸ ਤੇ ਪਰਫੈਕਟ ਸੋਲੂਸ਼ਨ ਫॉर ਰੂਰਲ ਐਂਡ ਹਿੰਡ। ਜਿਹੜੇ ਵੀ ਤੁਹਾਡੇ ਪਛੜੇ ਇਲਾਕੇ ਸੀ ਜਾਂ ਪਿੰਡੂ ਇਲਾਕੇ ਸੀ, ਉਹਨਾਂ ਲਈ ਮਾਈਕਰੋ ਏਟੀਐਮਸ ਜਿਹੜੇ ਹੈਗੇ ਨੇ ਉਹ ਬੜੇ ਬੈਨੀਫੀਸ਼ੀਅਲ ਨੇ। ਮਾਈਕਰੋ ਏਟੀਐਮ ਹੈਂਡਹੈਲਡ ਉਪਕਰਨ ਨੇ ਜੋ ਮਤਲਬ ਬੈਂਕਿੰਗ ਪੱਤਰਕਾਰਾਂ, ਜਿਨ੍ਹਾਂ ਨੂੰ ਬੈਂਕ ਮਿੱਤਰਤਾ ਵੀ ਕਹਿੰਦੇ ਨੇ, ਨਾਲ ਉਪਲਬਧ ਹਨ। ਠੀਕ ਹੈ, ਮਤਲਬ ਪਿੰਡੂ ਇਲਾਕਿਆਂ ਦੇ ਵਿੱਚ ਜਾਂ ਅਸੀਂ ਪਛੜੇ ਇਲਾਕਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹਾਂ। ਨੈਕਸਟ ਆ ਗਿਆ ਡਿਜੀਟਲ ਭੁਗਤਾਨ ਦੇ ਢੰਗ। ਮੋਬਾਈਲ ਆਧਾਰਿਤ ਬੈਂਕਿੰਗ ਹੋ ਗਈ ਤਾਂ ਬੇਟੇ ਤੁਹਾਨੂੰ ਪਤਾ ਹੀ ਹੈ। ਠੀਕ ਹੈ, ਡਿਜੀਟਲ ਪਲੇਟਫਾਰਮ ਜਿਵੇਂ UPI ਵਗੈਰਾ ਹੋ ਗਿਆ, ਅਸੀਂ ਅੱਜ ਕੱਲ ਯੂਜ਼ ਕਰਦੇ ਹਾਂ, ਗੂਗਲ ਪੇ ਹੋ ਗਿਆ ਹੈ, ਪੇਟੀਐਮ ਹੋ ਗਿਆ, ਇਹ ਸਾਰੇ ਜਿਹੜੇ ਨੇ ਡਿਜੀਟਲ ਭੁਗਤਾਨ ਦੇ ਢੰਗ ਨੇ। ਕਾਰਡ ਇੱਕ ਤਾਂ ਹੋ ਗਏ ਨਾ, ਇੱਕ ਅਸੀਂ ਕਾਰਡ ਪੜਿਆ ਹੁਣ ਤੱਕ ਵੀ ਜਿਹੜੇ ਅਸੀਂ ਪੇਮੈਂਟ ਕਰ ਸਕਦੇ ਹਾਂ ਡਿਜੀਟਲੀ। ਇੱਕ ਅਸੀਂ ਕਰ ਸਕਦੇ ਹਾਂ ਬਾਇਓਮੈਟ੍ਰਿਕ ਮਤਲਬ ਜਿਵੇਂ UPI ਹੋ ਗਿਆ, ਗੂਗਲ ਪੇ ਹੋ ਗਿਆ, ਪੇਪਲ ਹੋ ਗਿਆ, ਪੇਟੀਐਮ ਹੋ ਗਿਆ, ਇਹ ਸਾਰੇ ਹੈਗੇ ਨੇ ਜਿਹੜੇ ਸਾਰੇ ਨੇ ਡਿਜੀਟਲ ਭੁਗਤਾਨ ਦੇ ਢੰਗ ਨੇ ਫੋਨ ਦੇ ਵਿੱਚ। ਤੇ ਉਸ ਦੇ ਵਿੱਚ ਇਹਦੇ ਵਿੱਚ ਪਹਿਲਾਂ ਆ ਜਾਂਦਾ ਇੰਟਰਨੈਟ ਬੈਂਕਿੰਗ ਜੇ ਅਸੀਂ ਲੈ ਲੈਂਦੇ ਹਾਂ ਤਾਂ ਇੱਕ ਜਿਹੜਾ ਜਿਵੇਂ ਜਿਸੇ ਵੀ ਬੈਂਕ ਦਾ ਹੋਏਗਾ ਉਹ ਤੁਹਾਡੇ ਅਕਾਊਂਟ ਇੱਕ ਐਪ ਬਣ ਜਾਏਗੀ ਤੁਹਾਡੇ ਮੋਬਾਈਲ ਦੇ ਵਿੱਚ। ਉੱਥੋਂ ਤੁਸੀਂ ਫਟਾਫਟ NEFT ਕਰਨੀ NEFT ਕਰ ਦੋ, RTGC ਕਰਨੀ RTGS ਹੋ ਜਾਂਦੀ ਹੈ, IMPS ਕਰਨਾ IMPS ਕਰ ਦੋ। ਕਿੱਥੇ ਜਾ ਕੇ ਪਹਿਲਾਂ ਬੈਂਕ 'ਚ ਕਰਾਉਣਾ ਪੈਂਦਾ ਸੀ, ਹੁਣ ਤੁਸੀਂ ਆਪਣੇ ਮੋਬਾਈਲ ਤੋਂ ਹੀ ਐਪ ਤੋਂ ਯੂਜ਼ ਕਰਕੇ ਇਹ ਚੀਜ਼ਾਂ ਕਰ ਸਕਦੇ ਹੋ। ਨੈਕਸਟ ਹੈ ਬੇਟੇ ਇਹਦੇ ਵਿੱਚ ਜਿਹੜਾ ਹੁਣ ਆਪਾਂ ਪੜਿਆ NEFT ਕੀ ਹੁੰਦਾ, ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਇੱਕ ਤਾਂ ਇਹਦੀ ਫੁੱਲ ਫਾਰਮ ਯਾਦ ਕਰਨਾ। ਠੀਕ ਹੈ, ਇਹ ਹੁੰਦਾ ਵੀ ਜਿਵੇਂ ਹੁਣ ਕਿਸੇ ਨੂੰ ਪੈਸੇ ਭੇਜਣੇ ਸੀਗੇ ਹੈ ਨਾ, ਟ੍ਰਾਂਸਫਰ ਕਰਨੇ ਆ, ਤਾਂ ਉਹ ਇੱਕ ਮੈਥਡ ਹੈ ਟ੍ਰਾਂਸਫਰ ਕਰਨ ਦਾ। ਠੀਕ ਹੈ, ਨੈਕਸਟ ਹੈ ਬੇਟੇ ਰੀਅਲ ਟਾਈਮ ਗ੍ਰॉस ਸੈਟਲਮੈਂਟ RTGS ਰੀਅਲ ਟਾਈਮ ਗ੍ਰॉस ਸੈਟਲਮੈਂਟ। ਠੀਕ ਹੈ, ਇਹ ਵੀ ਇੱਕ ਮੈਥਡ ਹੈ ਭੁਗਤਾਨ ਕਰਨ ਦਾ। ਵੱਡੇ ਮੁੱਲ ਨੂੰ ਅਗਰ ਦੇਣਾ ਹੈ ਤਾਂ ਅਸੀਂ RTGS ਕਰ ਦਿੰਦੇ ਹਾਂ। ਜਿਵੇਂ 2 ਲੱਖ ਦੀ ਰਕਮ ਹੈ ਉਸ ਤਰ੍ਹਾਂ, ਮਤਲਬ ਘੱਟੋ ਘੱਟ ਇਹਦੇ ਵਿੱਚ 2 ਲੱਖ ਹੀ ਹੁੰਦਾ। ਠੀਕ ਹੈ, ਇਹ ਵੀ ਟ੍ਰਾਂਸਫਰ ਕਰਨ ਦਾ ਇੱਕ ਮੈਥਡ ਹੈ। ਨੈਕਸਟ ਹੈਗਾ IMPS ਹੁੰਦਾ ਤੁਰੰਤ ਭੁਗਤਾਨ, ਜਿਵੇਂ ਕਿਸੇ ਨੂੰ ਇਮੀਡੀਏਟਲੀ ਲੋੜ ਹੈ। ਠੀਕ ਹੈ, ਇਹ ਅਸੀਂ ਇੱਕੋ ਦਮ ਭੇਜ ਦਿੰਦੇ ਹਾਂ, ਇੱਕੋ ਦਮ ਇਹਦੇ ਥਰੂ ਅਸੀਂ ਨਾਲ ਦੀ ਨਾਲ ਟ੍ਰਾਂਸਫਰ ਹੋ ਜਾਂਦੀ ਹੈ। ਤੇ ਇਹ ਮਤਲਬ ਜਿਹੜਾ ਹੈਗਾ ਤਤਕਾਲ ਫੰਡ ਟ੍ਰਾਂਸਫਰ ਲਈ ਅਸੀਂ ਯੂਜ਼ ਕਰਦੇ ਹਾਂ। ਨੈਕਸਟ ਵੀ ਕੀ ਆ ਗਿਆ ਮੋਬਾਈਲ ਬੈਂਕਿੰਗ, ਬੈਂਕ ਇਨ ਯੋਰ ਪੋਕਟ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਜਿਵੇਂ ਮੋਬਾਈਲ ਬੈਂਕਿੰਗ ਦਾ ਮਤਲਬ ਹੈ ਬੈਂਕ ਇਨ ਯੋਰ ਪੋਕਟ। ਹੁਣ ਬੈਂਕ ਜਿਹੜੇ ਤੁਹਾਡੀ ਜੇਬਾਂ ਦੇ ਵਿੱਚ ਹੈ, ਮੋਬਾਈਲ ਕੱਢੋ ਟ੍ਰਾਂਸਫਰ ਕਰੋ, ਨਾਲ ਦੀ ਨਾਲ ਤੁਹਾਡੀ ਟ੍ਰਾਂਸਫਰ ਹੋਗੀ, ਬੈਂਕ ਜਾਣ ਦੀ ਲੋੜ ਨਹੀਂ ਹੈ। ਇਹਨੂੰ ਇਸੇ ਕਰਕੇ ਮੋਬਾਈਲ ਬੈਂਕਿੰਗ ਨੂੰ ਬੈਂਕ ਇਨ ਯੋਰ ਪੋਕਟ ਕਹਿੰਦੇ ਨੇ। ਠੀਕ ਹੈ, ਬਿੱਲ ਭੁਗਤਾਨ ਕਰਨਾ ਹੈ, ਫੰਡ ਟ੍ਰਾਂਸਫਰ ਕਰਨਾ ਹੈ, ਖਾਤੇ ਦੀ ਜਾਂਚ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਮੋਬਾਈਲ ਦੇ ਥਰੂ ਆਪਣੇ ਕੋਲ ਬੈਠੇ ਨਾਲ ਦੀ ਨਾਲ ਕਰ ਸਕਦੇ ਹੋ। ਨੈਕਸਟ ਆ ਗਿਆ ਯੂਨੀਫਾਈਡ ਪੇਮੈਂਟਸ ਇੰਟਰਫੇਸ UPI। ਯੂਨੀਫਾਈਡ ਪੇਮੈਂਟਸ ਇੰਟਰਫੇਸ ਜਿਹੜੇ ਮੈਂ ਤੁਹਾਨੂੰ ਕਰਾ ਰਹੀ ਹਾਂ ਫੁੱਲ ਫਾਰਮ ਜ਼ਰੂਰ ਬੇਟਾ ਪੜ੍ਹ ਲੈਣਾ, ਯਾਦ ਕਰ ਲੈਣਾ, ਨੋਟ ਡਾਊਨ ਕਰ ਲੈਣਾ। ਇਹ ਕਿਸੇ ਨਾ ਕਿਸੇ ਪੇਪਰ ਕਿਸੇ ਕੰਪੀਟੀਸ਼ਨ 'ਚ ਇਹ ਆ ਜਾਂਦੀਆਂ ਨੇ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ, ਠੀਕ ਹੈ, ਇਹਨੇ ਵਿਕਸਿਤ ਕੀਤੀ ਸੀ ਇਹ ਜਿਹੜੀ UPI ਹੈਗਾ, ਇਹਦੇ ਥਰੂ ਵੀ ਅਸੀਂ ਜਿਹੜੀ ਹੈਗੀ ਟ੍ਰਾਂਸਫਰ ਕਰ ਸਕਦੇ ਹਾਂ। ਨੈਕਸਟ ਬੇਟੇ QR ਕੋਡਸ ਐਨ ਈਜ਼ੀ ਵੇ ਟੂ ਪੇ। QR ਕੋਡਸ ਤੁਹਾਨੂੰ ਅੱਜ ਕੱਲ੍ਹ ਸੁਣਿਆ ਹੋਏਗਾ, ਕਈ ਵਾਰ ਆਪਾਂ ਕੈਬ ਕਰਦੇ ਹਾਂ ਜਾਂ ਕੁਝ ਕਰਦੇ ਹਾਂ, ਜਾਂ ਅਸੀਂ ਕਿਤੇ ਰੇਹੜੀ ਤੇ ਖਾਣ ਜਾਂਦੇ ਹਾਂ, ਸਾਡੇ ਕੋਲ ਅਸੀਂ ਕਹਿੰਦੇ ਹਾਂ ਵੀ ਇਸ ਭਾਈ ਤੈਨੂੰ ਅਸੀਂ ਆਨਲਾਈਨ ਹੀ ਪੇਮੈਂਟ ਕਰ ਦਿੰਦੇ ਹਾਂ। ਉਹ ਕੀ ਕਰਦਾ, ਸਾਨੂੰ ਕੋਡ ਜਿਹਾ ਦਿਖਾ ਦਿੰਦਾ ਆਪਣਾ ਵੀ ਆਲੋ ਜੀ ਸਕੈਨ ਕਰ ਦਿਓ ਤੇ ਪੈਸੇ ਪਾ ਦਿਓ। ਸਕੈਨ ਕੋਡਸ ਹੁੰਦੇ ਆ, ਇਹ ਕੋਡਸ ਨੂੰ ਤੁਸੀਂ ਇਮੀਡੀਏਟਲੀ ਸਕੈਨ ਕਰਦੇ ਹੋ, ਪੇਮੈਂਟ ਹੋ ਜਾਂਦੀ ਹੈ। ਠੀਕ ਹੈ, ਇਹ ਵੀ ਬੜਾ ਇੱਕ ਮਤਲਬ ਜ਼ਬਰਦਸਤ ਤਰੀਕਾ ਹੈਗਾ ਨਾਲ ਦੀ ਨਾਲ ਟ੍ਰਾਂਸਫਰ ਕਰਨ ਦਾ, ਕਿਉਂਕਿ ਕਈ ਵਾਰ ਹੁੰਦਾ ਰੇਹੜੀ ਰੂੜੀ ਵਾਲੇ ਅਨਪੜ੍ਹ ਹੁੰਦੇ ਆ, ਇਹਨਾਂ ਨੂੰ ਆਪਣੇ ਨੰਬਰ ਨਹੀਂ ਯਾਦ ਰਹਿੰਦਾ ਜਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਆਪਣਾ ਗੂਗਲ ਪੇ ਵਗੈਰਾ ਦਾ। ਇਹ ਆਪਣਾ ਸਕੈਨ ਜਾਂ ਕੋਡ ਦਿਖਾ ਦਿੰਦੇ ਆ, ਕੋਡ ਤੋਂ ਈਜ਼ੀਲੀ ਅਸੀਂ ਪੇ ਕਰ ਦਿੰਦੇ ਆ। ਬੜਾ ਵਧੀਆ ਟ੍ਰਾਂਸਫਰ ਕਰਨ ਦਾ ਇਹ ਤਰੀਕਾ ਹੈਗਾ। ਨੈਕਸਟ ਹੈਗਾ ਮੋਬਾਈਲ ਵਾਲੇਟਸ ਐਂਡ ਸਮਾਰਟ ਵੇ ਟੂ ਮੇਕ ਪੇਮੈਂਟਸ। ਬੇਟੇ ਮੋਬਾਈਲ ਵਾਲਟ ਉਹੀ ਚੀਜ਼ ਹੈ ਸੇਮ ਜਿਹੜੀ ਮੈਂ ਤੁਹਾਨੂੰ ਕਹੀ ਹੈ ਕਿ ਬੈਂਕ ਇਨ ਯੋਰ ਪੋਕਟ। ਠੀਕ ਹੈ, ਜਿਵੇਂ ਤੁਹਾਡੇ ਹੈਗਾ ਵੀ ਮੋਬਾਈਲ ਦੇ ਵਿੱਚ ਆਪਾਂ ਪੈਸੇ ਪਾ ਲਏ ਆ, ਵਾਲਟ ਬਣਾ ਲਿਆ ਆਪਣਾ, ਉੱਥੇ ਅਸੀਂ ਅਮਾਊਂਟ ਰੱਖ ਲਈ ਹੈ। ਉੱਥੋਂ ਜਿਵੇਂ ਹੁਣ ਪੇਟੀਐਮ ਇਜ਼ ਅ ਮੋਬਾਈਲ ਵਾਲਟ। ਠੀਕ ਹੈ, ਪੇਟੀਐਮ ਦੇ ਵਿੱਚ ਅਸੀਂ ਕੁਝ ਅਮਾਊਂਟ ਆਪਣੀ ਰੱਖ ਲੈਂਦੇ ਹਾਂ, ਉਸ ਅਮਾਊਂਟ ਦੇ ਵਿੱਚੋਂ ਅਸੀਂ ਆਪਣੀਆਂ ਪੇਮੈਂਟਸ ਕਰਦੇ ਰਹਿੰਦੇ, ਜਦੋਂ ਉੱਥੇ ਖਤਮ ਹੋ ਜਾਂਦੇ ਆਪਾਂ ਫੇਰ ਪਾ ਦਿੰਦੇ ਹਾਂ। ਬੇਟੇ ਅਨਸਟਰਕਚਰਡ ਸਪਲੀਮੈਂਟਰੀ ਸਰਵਿਸ ਡਾਟਾ, ਜਿਹੜਾ ਡਾਟਾ ਸਾਡਾ ਹੈਗਾ ਇਹ ਅਨਸਟਰਕਚਰਡ ਸਪਲੀਮੈਂਟਰੀ ਸਰਵਿਸ ਡਾਟਾ, ਇਹ ਸਾਨੂੰ ਸਮਾਰਟਫੋਨ ਜਾਂ ਡਾਟਾ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਉਪਭੋਗਤਾਵਾਂ ਨੂੰ *99# ਕੋਡ ਦੀ ਵਰਤੋਂ ਕਰਕੇ ਅਸੀਂ ਮੋਬਾਈਲ ਬੈਂਕਿੰਗ ਦੀਆਂ ਸਹੂਲਤਾਂ ਜਿਹੜੀਆਂ ਉਹ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਇਹ ਟੈਕਨੋਲੋਜੀ ਇੱਕ ਨਵੀਂ ਟੈਕਨੋਲੋਜੀ ਹੈ ਜਿਹੜੀ ਬਹੁਤ ਹੀ ਮਤਲਬ ਬੈਂਕਿੰਗ ਦੇ ਵਿੱਚ ਮਤਲਬ ਏਕੀਕ੍ਰਿਤ ਕਰਨ ਦੀ ਆਗਿਆ ਦਿੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈਗਾ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ NACH, ਅਰਲੀਅਰ ਨੋਨ ਐਜ਼ ਇਲੈਕਟ੍ਰੋਨਿਕ ਕਲੀਅਰਿੰਗ ਸਰਵਿਸਿਜ਼। ਤੇ ਇਹ ਵੀ NPCI ਨੇ, ਬੈਂਕਾਂ ਨੇ ਜਿਹੜੀ ਦਿੱਤੀ ਹੈ ਕਾਰਪੋਰੇਟਾਂ ਤੇ ਸੰਸਥਾਵਾਂ ਸਰਕਾਰ ਨੂੰ
ਨੈਸ਼ਨਲ ਆਟੋਮੈਟਿਡ ਕਲੀਅਰਿੰਗ ਹਾਊਸ ਜਿਹੜੀ ਵਜੋਂ ਪੇਸ਼ ਕੀਤੀ ਹੈ। ਇਹ ਸੇਵਾ ਬਹੁਤ ਹੀ ਵਧੀਆ ਜਿਸ ਵਿੱਚ ਡੈਬਿਟ ਤੇ ਕ੍ਰੈਡਿਟ ਦੋਵੇਂ ਹੀ ਸ਼ਾਮਿਲ ਨੇ। ਠੀਕ ਹੈ, ਇਸ ਤਰ੍ਹਾਂ ਅਸੀਂ ਜਿਹੜੀ ਟ੍ਰਾਂਜੈਕਸ਼ਨ ਹੈ ਡੈਬਿਟ ਵੀ ਕਰ ਸਕਦੇ ਹਾਂ, ਕ੍ਰੈਡਿਟ ਵੀ ਕਰ ਸਕਦੇ ਹਾਂ ਇਸ ਸਿਸਟਮ ਨਾਲ। ਨੈਕਸਟ ਬੇਟੇ ਸੰਖੇਪ ਥੋੜਾ ਜਿਹਾ ਮੈਂ ਤੁਹਾਨੂੰ ਦੱਸਾਂਗੀ ਜਿਹੜਾ ਕੁਝ ਅਸੀਂ ਹੁਣ ਤੱਕ ਪੜ੍ਹਿਆ। ਜਿਵੇਂ ਆਪਾਂ ਸਭ ਤੋਂ ਪਹਿਲਾਂ ਪੜ੍ਹਿਆ ਵੀ ਭਾਰਤੀ ਰਿਜ਼ਰਵ ਬੈਂਕ ਬਾਰੇ ਪੜ੍ਹਿਆ ਕਿ ਭਾਰਤੀ ਰਿਜ਼ਰਵ ਬੈਂਕ ਜਿਹੜਾ ਹੈਗਾ ਸਾਰੀ ਸਾਡੀ ਜਿਹੜੀ ਬੈਂਕਿੰਗ ਸੇਵਾ ਹੈ ਸਰਕਾਰ ਦੀ ਉਹ ਸਾਨੂੰ ਵਰਤੋਂ ਕਰਨ ਦੀ ਆਗਿਆ ਦਿੰਦੀ ਹੈ। ਉਹ ਸਾਰਾ ਉਹਦਾ ਮਤਲਬ ਮੈਨੇਜਮੈਂਟ ਸਾਰੀ ਬੈਂਕਿੰਗ ਇਹਦੇ ਭਾਰਤੀ ਰਿਜ਼ਰਵ ਬੈਂਕ ਕੋਲ ਹੁੰਦੀ ਹੈ। ਬੈਂਕ ਦੀ ਜਿਹੜੀ ਵੈਬਸਾਈਟ ਹੈ ਲੈਪਟਾਪ, ਸਮਾਰਟਫੋਨ, ਮੋਬਾਈਲ ਐਪ ਰਾਹੀਂ ਅੱਜ ਕੱਲ੍ਹ ਅਸੀਂ ਡਿਜੀਟਲ ਭੁਗਤਾਨ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਅਸੀਂ ਪੜ੍ਹਿਆ ਕਿ ਕਿਵੇਂ ਭੁਗਤਾਨ ਹੁੰਦਾ। ਇੱਕ ਹੁੰਦਾ ਕਾਰਡਾਂ ਰਾਹੀਂ ਹੁੰਦਾ, ਦੂਜਾ ਬਾਇਓਮੈਟ੍ਰਿਕ ਸਿਸਟਮ ਰਾਹੀਂ ਹੁੰਦਾ। ਕਾਰਡਾਂ ਰਾਹੀਂ ਮਤਲਬ ਅਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ATM ਕਾਰਡ ਇਹ ਸਾਰੇ ਕਾਰਡ ਯੂਜ਼ ਕਰ ਸਕਦੇ ਹਾਂ। ਅਤੇ ਬਾਇਓਮੈਟ੍ਰਿਕ ਸਿਸਟਮ ਹੈਗਾ ਜਿਵੇਂ ਆਧਾਰ ਕਾਰਡ ਨਾਲ ਸਾਡਾ ਅੱਜ ਕੱਲ੍ਹ ਕਨੈਕਸ਼ਨ ਹੈਗਾ। ਆਧਾਰ ਕਾਰਡ ਜਿਹੜਾ ਇੱਕ ਯੂਨੀਕ ਆਇਡੈਂਟੀਫਿਕੇਸ਼ਨ ਨੰਬਰ ਹੈਗਾ ਉਹ ਸਭ ਨੂੰ ਮਿਲਿਆ ਹੋਇਆ, ਉਹ ਵੀ ਇੰਟਰਕਨੈਕਟ ਹੋ ਗਿਆ ਬੈਂਕ ਨਾਲ। ਅਤੇ ਉਸੇ ਤਰ੍ਹਾਂ ਅਸੀਂ ਈ-ਕਾਮਰਸ ਵੀ ਯੂਜ਼ ਕਰ ਸਕਦੇ ਹਾਂ, ਔਨਲਾਈਨ ਪਰਚੇਜ਼ਿੰਗ ਵੀ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਅਸੀਂ ਥਰੂ ਘਰ ਬੈਠੇ ਹੀ ਆਪਣੇ ਫੋਨ ਤੋਂ ਹੀ ਯੂਜ਼ ਕਰ ਸਕਦੇ ਹਾਂ। ਫੋਨ ਜਿਹੜਾ ਬੈਂਕਿੰਗ ਹੈ ਅੱਜ ਕੱਲ੍ਹ ਸਾਡੀ ਪਾਕਟ ਦੇ ਵਿੱਚ ਹੀ ਹੈ ਥਰੂ ਮੋਬਾਈਲ ਦੇ ਵਿੱਚ ਹੋਰ ਇੱਕ ਸੁਵਿਧਾ ਹੈਗੀ QR ਕੋਡ ਦੀ। ਅਸੀਂ QR ਕੋਡ ਸਕੈਨ ਕਰਕੇ ਸਿੱਧੀ ਪੇਮੈਂਟਸ ਕਰ ਸਕਦੇ ਹਾਂ ਜਾਂ ਫਿਰ ਅਸੀਂ ਗੂਗਲ ਪੇ, Paytm ਵਗੈਰਾ ਇਹ ਚੀਜ਼ਾਂ ਯੂਜ਼ ਕਰਕੇ ਕਰ ਸਕਦੇ ਹਾਂ। ਠੀਕ ਹੈ, ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਸਾਰੀਆਂ ਇਹ ਨਵੀਆਂ ਸਾਡੀਆਂ ਡਿਜੀਟਲਾਈਜੇਸ਼ਨ ਨੇ ਸਾਨੂੰ ਪ੍ਰੋਵਾਈਡ ਕੀਤੀਆਂ ਨੇ। ਹੁਣ ਥੋੜਾ ਜਿਹਾ ਬੇਟੇ ਇਹ ਐਬਰੀਵੇਸ਼ਨਸ ਹੈ, ਥੋੜ੍ਹੇ ਜਿਹੇ ਤੁਸੀਂ ਰੀਡ ਆਊਟ ਕਰ ਲੈਣਾ। ਇਹ ਐਬਰੀਵੇਸ਼ਨਸ ਇੱਕ ਵਾਰ ਪੜ੍ਹ ਲੈਣਾ, ਸਾਰੀਆਂ ਨੋਟ ਡਾਊਨ ਕਰ ਲੈਣਾ ਜਾਂ ਨੀਚੇ ਥੋੜੇ ਯੂਜ਼ਫੁਲ ਲਿੰਕਸ ਨੇ ਇਹ ਨੋਟ ਡਾਊਨ ਕਰ ਲੈਣਾ। ਤੁਹਾਡੇ ਯੂਨਿਟ ਜਿਹੜਾ ਆਪਾਂ ਹੁਣ ਪੜ੍ਹਿਆ ਉਹਦੇ ਥੋੜੇ ਜਿਹੇ ਕੁਐਸਚਨ ਆਨਸਰ ਦੇਖ ਲਈਏ। ਹੇਠਾਂ ਦਿੱਤੇ ਵਿੱਚੋਂ ਕਿਹੜਾ ਆਨਲਾਈਨ ਟ੍ਰਾਂਜੈਕਸ਼ਨਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ? ਬੇਟਾ ਪਹਿਲਾ ਹੈ ਵਿਲੱਖਣ ਟ੍ਰਾਂਜੈਕਸ਼ਨ ID, ਵਿਲੱਖਣ ਸਰਵਰ ID, ਵਿਲੱਖਣ PC ID। ਪਹਿਲਾ ਬੇਟੇ ਆਨਸਰ ਆਏਗਾ ਵਿਲੱਖਣ ਟ੍ਰਾਂਜੈਕਸ਼ਨ ID। ਤਾਂ ਹੀ ਕਹਿੰਦੇ ਆ ਕਿ ਆਪਣਾ ID ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਉਹ ਟ੍ਰਾਂਜੈਕਸ਼ਨ ਨੂੰ ਸੁਰੱਖਿਅਤ ਬਣਾਉਂਦਾ ਹੈ। ਸੈਕਿੰਡ ਕੁਐਸਚਨ ਹੈ ਉਸ ਸੰਸਥਾ ਦਾ ਨਾਮ ਕੀ ਹੈ ਜੋ ਦੂਜੇ ਬੈਂਕਾਂ ਦੀ ਪਾਲਣਾ ਕਰਨ ਦੀਆਂ ਨੀਤੀਆਂ ਨੂੰ ਨਿਯੰਤਰਿਤ ਕਰਦਾ ਹੈ? RBI, ਰਿਜ਼ਰਵ ਬੈਂਕ ਆਫ ਇੰਡੀਆ। ATM ਦਾ ਸਹੀ ਲਾਭ ਚੁਣੋ। ਵਧੀ ਹੋਈ ਸਹੂਲਤ, ਵਧਿਆ ਸਮਾਂ, ਸੁਰੱਖਿਆ ਦੇ ਵਧੇ ਹੋਏ ਯੋਗ। ਬੇਟੇ ਵਧੀ ਹੋਈ ਸਹੂਲਤ। ਨੈਕਸਟ ਹੈ NEFT ਦਾ ਸਹੀ ਰੂਪ ਚੁਣੋ। ਨੈਸ਼ਨਲ ਇਲੈਕਟ੍ਰੀਕਲ ਫੰਡ ਟ੍ਰਾਂਸਫਰ, ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ, ਦੇਸ਼ ਵਿਆਪੀ। ਸੈਕਿੰਡ ਨੰਬਰ ਬੇਟਾ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਨੈਕਸਟ ਹੈ ਸਹੀ ਗਲਤ। ਸਹੀ ਗਲਤ ਦੇ ਵਿੱਚ ਬੇਟੇ RBI ਦੀ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਤੇ ਪੂਰੇ ਦੇਸ਼ ਦੀ ਮੁਦਰਾ ਸਥਿਤੀ ਨੂੰ ਨਿਯੰਤਰਿਤ ਕਰਨ ਦੀ ਸ਼ਕਤੀ ਰੱਖਦਾ ਹੈ। ਯੈਸ, ਟਰੂ। ਪੂਰੀ ਸਾਰੀ ਨਿਯੰਤਰਿਤ ਜਿਹੜੀ ਹੈ RBI ਲੈ ਕੇ ਜਾਂਦਾ ਹੈ। ਡਿਜੀਟਲ ਭੁਗਤਾਨ ਆਸਾਨ ਅਤੇ ਸੁਵਿਧਾਜਨਕ ਨਹੀਂ ਹਨ। ਗਲਤ, ਬਹੁਤ ਹੀ ਆਸਾਨ ਨੇ। ਡੈਬਿਟ ਕਾਰਡ ਦੋਹਰੇ ਉਦੇਸ਼ ਦੀ ਪੂਰਤੀ ਕਰਦੇ ਹਨ। ਯੈਸ, ਡੈਬਿਟ ਕਾਰਡ ਦੋਹਰੇ ਉਦੇਸ਼ ਮਤਲਬ ਕਢਵਾ ਵੀ ਸਕਦੇ ਹਾਂ, ਜਮਾ ਵੀ ਕਰਾ ਸਕਦੇ ਹਾਂ। ਕਾਰਡ ਪਿਨ ਨੰਬਰ ਦੋਸਤਾਂ ਦੀ ਪਰਵਾਹ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਹਨ। ਨਹੀਂ, ਕਿਸੇ ਨਾਲ ਵੀ ਕਦੇ ਸਾਂਝੇ ਨਹੀਂ ਕਰਨੇ। ਫਾਲਸ। QR ਕੋਡ ਮੋਬਾਈਲ ਵਾਲੇਟਸ ਦੁਆਰਾ ਭੁਗਤਾਨ ਕਰਨਾ ਸੌਖਾ ਤੇ ਸੁਵਿਧਾਜਨਕ ਬਣਾਉਂਦੇ ਹਨ। ਯੈਸ, ਟਰੂ, ਬਹੁਤ ਸੌਖਾ ਹੋ ਗਿਆ। ਮਾਈਕਰੋ ATM ਪੋਰਟੇਬਲ ਨਹੀਂ ਹਨ। ਗਲਤ, ਮਾਈਕਰੋ ATM ਤਾਂ ਬਹੁਤ ਪੋਰਟੇਬਲ ਹੈ, ਜਿੱਥੇ ਮਰਜ਼ੀ ਲਿਜਾ ਸਕਦੇ ਹਾਂ। ਅੱਜ ਕੱਲ੍ਹ ਜ਼ਿਆਦਾਤਰ ਬੈਂਕ ਆਪਣੇ ਗਾਹਕਾਂ ਨੂੰ ਡੈਸ਼ ਬੈਂਕਿੰਗ ਸਹੂਲਤ ਪ੍ਰਦਾਨ ਕਰਦੇ ਹਨ। ਡਿਜੀਟਲ ਬੈਂਕਿੰਗ ਸਹੂਲਤ ਪਹਿਲੇ ਚਾਹੇਗਾ ਡਿਜੀਟਲ ਭੁਗਤਾਨ ਦਿਨ ਦੇ ਡੈਸ਼ ਕੀਤੇ ਜਾਣੇ, ਕਿਸੇ ਵੀ ਟਾਈਮ ਕੀਤਾ ਜਾ ਸਕਦਾ ਹੈ। ਡਿਜੀਟਲ ਬੈਂਕਿੰਗ ਗ੍ਰਾਹਕਾਂ ਨੂੰ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਦੀ ਆਗਿਆ ਦਿੰਦੀ ਹੈ। ਬੈਂਕ ਦੀ ਵੈਬਸਾਈਟ ਜਾਂ ਹਾਂਜੀ ਬੈਂਕ ਦੀ ਵੈਬਸਾਈਟ ਜਾਂ ਮੋਬਾਈਲ ਐਪ, ਜਿਹੜੀ ਉਹ ਮੋਬਾਈਲ ਐਪ ਤੁਹਾਨੂੰ ਪ੍ਰੋਵਾਈਡ ਕਰਦੇ ਹਨ। ਠੀਕ ਹੈ, ਨੈਕਸਟ ਹੈ ਡੈਸ਼ ਇੱਕ ਨਵੀਨਤਾਕਰਨੀ ਭੁਗਤਾਨ ਸਵੀਕ੍ਰਿਤੀ ਖੰਡ ਹੈ ਜੋ ਟੈਪ ਔਨ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਟੈਪ ਔਨ ਟੈਕਨੋਲੋਜੀ ਦੀ ਵਰਤੋਂ ਕੌਣ ਕਰਦਾ ਬੇਟਾ? ਸੌਫਟ POS। ਠੀਕ ਹੈ, ਉਸ ਤੋਂ ਬਾਅਦ ਹੈ ਬਿਨਾਂ ਨਕਦੀ ਜਾਂ ਚੈੱਕ ਦੇ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਵਸਤੂਆਂ ਦੀ ਸੇਵਾਵਾਂ ਦੀ ਆਨਲਾਈਨ ਖਰੀਦਦਾਰੀ ਕੀਤੀ ਜਾਂਦੀ ਹੈ। ਈ-ਕਾਮਰਸ ਪੇਮੈਂਟ ਦੀ ਵਰਤੋਂ ਕਰਕੇ ਅਸੀਂ ਜਿਹੜੀ ਹੈਗੀ ਹੈ ਖਰੀਦਦਾਰੀ ਕਰ ਸਕਦੇ ਹਾਂ। ਨੈਕਸਟ ਹੈ ਡਿਜੀਟਲ ਬੈਂਕਿੰਗ ਦੇ ਦੋ ਕਰਨ ਤੇ ਨਾ ਕਰਨ ਦੀ ਸੂਚੀ ਦਿਓ। ਪਿੱਛੇ ਆਪਾਂ ਕੀਤੇ ਸੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਕਰਨਾ ਕੀ ਚਾਹੀਦਾ ਹੈ ਕਿ ਜਿਹੜਾ ਸਾਡਾ ID ਤੇ ਪਾਹੂ ਹੈ ਸਾਨੂੰ ਆਪਣਾ ਸੇਫ ਰੱਖਣਾ ਚਾਹੀਦਾ। ਨਹੀਂ, ਜਿਹੜਾ ਨਹੀਂ ਕਰਨਾ ਚਾਹੀਦਾ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ। ਠੀਕ ਹੈ, ATM ਤੇ ਇਸ ਦੇ ਉਦੇਸ਼ ਦਾ ਵਰਣਨ ਕਰੋ। ATM ਬੇਟਾ ਸਾਨੂੰ ਪਤਾ ਹੈ ਆਟੋਮੈਟਿਕ ਟੈਲਰ ਮਸ਼ੀਨ, ਕਿਸੇ ਵੀ ਟਾਈਮ ਕਿਤੇ ਵੀ ਅਸੀਂ ਪੈਸੇ ਕਢਾ ਸਕਦੇ ਹਾਂ। ਇਸ ਦਾ ਉਦੇਸ਼ ਮੇਨ ਇਹੀ ਹੈ ਕਿ ਸਾਨੂੰ ਕਿਤੇ ਵੀ ਲੋੜ ਪੈ ਜਾਵੇ, ਸਾਡੇ ਕੋਲ ਨਕਦੀ ਨਾ ਹੋਵੇ ਤਾਂ ਅਸੀਂ ਕਿਸੇ ਵੀ ਟਾਈਮ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਆਪਣੇ ਕਾਰਡ ਦੁਆਰਾ ਪੈਸੇ ਕਢਵਾ ਸਕਦੇ ਹਾਂ। ਉਸ ਤੋਂ ਬਾਅਦ ਬੇਟੇ MPOS ਮੋਬਾਈਲ ਤੁਹਾਨੂੰ ਦੱਸਿਆ ਹੀ ਸੀਗਾ, ਸਾਰਾ ਪਿੱਛੇ ਦਿੱਤਾ ਹੋਇਆ, ਉਹਦੇ ਵਿੱਚੋਂ ਤੁਸੀਂ ਰੀਡ ਆਊਟ ਕਰ ਲੈਣਾ MPOS ਦਾ। ਇਹਦੀ ਡਿਟੇਲ ਇੱਕ ਵਾਰ ਸਾਰੀ ਪੜ੍ਹ ਲੈਣਾ ਤੁਸੀਂ। ਪਿੱਛੇ ਆਪਾਂ ਸਾਰੀ ਕਰਕੇ ਆਏ ਹਾਂ ਡਿਟੇਲ MPOS ਦੀ। ਉਸ 2 ਲਾਈਨਾਂ ਤੁਹਾਡੀਆਂ ਹੈਗੀਆਂ ਜਿਹੜੀਆਂ ਯਾਦ ਕਰ ਲੈਣਾ। MPS ਮੇਨ ਜਿਹੜਾ ਹੈਗਾ ਸਾਡਾ
मतलब एक ਟੈਕਨੋਲੋਜੀਕਲ ਐਡਵਾਂਟੇਜ ਹੈ ਜਿਹੜੀ ਕਿ ਸਾਡੀ ਮੋਬਾਈਲ ਬੇਸਡ ਹੁੰਦੀ ਹੈ, ਮੋਬਾਈਲ ਫੋਨ ਬੇਸਡ ਐਪਲੀਕੇਸ਼ਨ ਹੁੰਦੀ ਹੈ। ਮੋਬਾਈਲ ਦੇ ਥਰੂ ਅਸੀਂ ਟ੍ਰਾਂਜੈਕਸ਼ਨ ਜਿਹੜੀਆਂ ਉਹਦੇ ਥਰੂ ਕਰ ਸਕਦੇ ਹਾਂ। ਥੈਂਕ ਯੂ ਬੇਟਾ, ਥੈਂਕ ਯੂ ਸੋ ਮਚ।